ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਆਰਜੀ ਜੱਸੀ। ਸਾਰੇ ਹੀ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਦੋ ਗੱਲਾਂ ਕਰੀਏ। ਅੱਜ ਮੇਰੇ ਨਾਲ ਸਟੂਡੀਓ 'ਚ ਹਾਜ਼ਰ ਨੇ ਜੀ ਗੁਰਪ੍ਰੀਤ ਕੌਰ ਜੀ ਸਿਡਨੀ ਤੋਂ। ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਕੀ ਹਾਲ ਹੈ ਜੀ ਤੁਹਾਡਾ? ਸਭ ਵਧੀਆ, ਤੁਸੀਂ ਦੱਸੋ ਕਿੱਦਾਂ? ਜੀ ਸਭ ਠੀਕ ਠਾਕ ਜੀ। ਸੋ ਅਸੀਂ ਅੱਜ ਦਾ ਜਿਹੜਾ ਟੌਪਿਕ ਚੁਣਿਆ ਜੀ ਉਹ ਹੈਗਾ ਕਿ ਬਿਜ਼ਨਸ ਜਿਹੜੇ ਆਪਣੇ ਪੰਜਾਬੀਆਂ ਨੇ ਜਾਂ ਕਿਸੇ ਵੀ ਕਮਿਊਨਿਟੀ ਨੇ ਆਸਟ੍ਰੇਲੀਆ ਦੇ ਵਿੱਚ ਆ ਕੇ ਸ਼ੁਰੂ ਕੀਤੇ, ਆਪਣਾ ਕਾਰੋਬਾਰ ਸ਼ੁਰੂ ਕੀਤਾ। ਪੰਜਾਬੀਆਂ ਨੇ ਆਪਣੇ ਸੂਟਾਂ ਦੇ ਨਾਲ ਜਾਂ ਕਿਸੇ ਹੋਰ ਚੀਜ਼ਾਂ ਦੇ ਨਾਲ ਸ਼ੁਰੂ ਕੀਤਾ। ਸੋ ਉਸ ਬਾਰੇ ਅਸੀਂ ਅੱਜ ਗੱਲਬਾਤ ਕਰਨੀ ਆ ਜੀ ਗੁਰਪ੍ਰੀਤ ਜੀ ਦੇ ਨਾਲ। ਉਹਨਾਂ ਦੀ ਗੱਲ ਸੁਣਾਂਗੇ ਅਸੀਂ ਕਿ ਉਹ ਇਸ ਬਾਰੇ ਕੀ ਕਹਿੰਦੇ ਆ। ਸੋ ਹਾਂਜੀ ਗੁਰਪ੍ਰੀਤ ਜੀ, ਸੋ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ ਜੀ ਕਿ ਇੱਥੇ ਕਾਫੀ ਪੰਜਾਬੀਆਂ ਨੇ ਆਪਣੇ ਬਿਜ਼ਨਸ ਸ਼ੁਰੂ ਕੀਤੇ। ਸੋ ਤੁਹਾਨੂੰ ਕੀ ਲੱਗਦਾ ਕਿ ਸਾਰਿਆਂ ਤੋਂ ਜ਼ਿਆਦਾ ਜਿਹੜਾ ਬਿਜ਼ਨਸ ਆ ਉਹ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਕਿਹੜਾ ਕਰ ਰਹੇ ਆ ਅਤੇ ਉਹਦਾ ਕੀ ਫਿਊਚਰ ਹੈ ਜੀ? ਹਾਂਜੀ ਜਸਪ੍ਰੀਤ ਜੀ, ਮੈਂ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਮਤਲਬ ਇੱਥੇ ਆਸਟ੍ਰੇਲੀਆ ਦੇ ਵਿੱਚ ਪੰਜਾਬੀਆਂ ਨੇ ਆਪਣੇ ਕਾਰੋਬਾਰ ਸ਼ੁਰੂ ਕੀਤੇ ਆ। ਦੇਖੋ ਜੀ, ਇੱਦਾਂ ਹੁੰਦਾ ਹੈ ਜਦੋਂ ਤਾਂ ਬੰਦਾ ਨਵਾਂ ਆਉਂਦਾ ਆ, ਠੀਕ ਹੈ, ਉਸ ਵੇਲੇ ਤਾਂ ਬੰਦੇ ਨੂੰ ਬਹੁਤ ਔਖੇ ਕੰਮ ਕਰਨੇ ਪੈਂਦੇ ਆ, ਠੀਕ ਹੈ। ਜਦੋਂ ਇਹ ਆਪਣੇ ਹੁਣ ਇੱਥੇ ਰਿਵਾਜ ਆ ਕਿ ਜਦੋਂ ਅਸੀਂ ਪੱਕੇ ਹੋ ਜਾਂਦੇ ਆ ਨਾ ਪੰਜਾਬੀ ਬੰਦੇ, ਅਤੇ ਕੀ ਕਰਦੇ ਆ ਵੀ ਜਿਹੜੀ ਘਰ ਵਾਲੀ ਆ ਉਹ ਫਿਰ ਅੱਗੇ ਜਿੱਦਾਂ ਫੈਮਿਲੀ ਪਲੈਨਿੰਗ ਕਰਦੇ ਆ, ਅਤੇ ਫਿਰ ਘਰ ਵਾਲੀ ਜਿਹੜੀ ਉਹ ਘਰ ਤੋਂ ਬਾਹਰ ਕੰਮ ਕਰਨ ਨਹੀਂ ਜਾਂਦੀ। ਫਿਰ ਕੀ ਕਰਦਾ ਕਿ ਉਹਦਾ ਹਸਬੈਂਡ ਉਹਨੂੰ ਮਤਲਬ ਕਹਿੰਦਾ ਹੈ ਕਿ ਤੂੰ ਘਰੇ ਰਹਿ, ਨਿਆਣੇ ਸਾਂਭ, ਅਤੇ ਨਾਲੇ ਤੈਨੂੰ ਬਾਹਰ ਜਾਣ ਦੀ ਲੋੜ ਨਹੀਂ ਜੀ, ਠੀਕ ਹੈ। ਆਪਾਂ ਕਹਿੰਦੇ ਹੋਮ ਬੇਸਡ ਬਿਜ਼ਨਸ ਜਿਹਨੂੰ ਕਹਿ ਦਿੰਦੇ ਹਾਂ ਆਪਾਂ ਜੀ। ਮਤਲਬ ਪਹਿਲਾਂ ਦੇ ਤੌਰ 'ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਜਦੋਂ ਫੈਮਿਲੀ ਪਲੈਨਿੰਗਸ ਕਰ ਲੈਂਦੇ ਸੀਗੇ ਆਪਣੀ ਕਮਿਊਨਿਟੀ ਦੇ ਬੰਦੇ, ਅਤੇ ਉਹ ਫਿਰ ਇੱਕ ਜਾਣੇ ਦਾ ਕੰਮ ਬੰਦ ਹੋ ਜਾਂਦਾ ਸੀ। ਹਾਂਜੀ, ਅਤੇ ਹੁਣ ਕੀ ਹੋ ਗਿਆ ਹੈ ਵੀ ਹੁਣ ਬੜੇ ਅਲਟਰਨੇਟਿਵਸ ਆ ਗਏ ਆ, ਠੀਕ ਹੈ। ਹੁਣ ਮਤਲਬ ਜਿਵੇਂ ਕਿਉਂਕਿ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਤੁਹਾਨੂੰ ਪਤਾ ਬਹੁਤ ਜ਼ਿਆਦਾ ਆ, ਠੀਕ ਹੈ। ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਲੋਕ ਅਵੇਅਰ ਆ, ਅਤੇ ਹਰ ਕੋਈ ਅੱਜ ਕੱਲ੍ਹ ਔਨਲਾਈਨ ਸ਼ੋਪਿੰਗ ਨੂੰ ਹੀ ਪ੍ਰੈਫਰ ਕਰਦਾ ਆ ਐਜ਼ ਕੰਪੇਅਰ ਟੂ ਵਿੰਡੋ ਸ਼ੋਪਿੰਗ, ਜਾਂ ਫਿਰ ਆਪਾਂ ਵਿਜ਼ਿਟ ਕਰੀਏ ਸ਼ੋਪਸ, ਹੈ ਨਾ ਜੀ। ਅਤੇ ਇੱਕ ਤਾਂ ਮਾਹੌਲ ਵੀ ਕਰੋਨਾ ਵਾਲਾ ਆ। ਸੋ ਅੱਜ ਕੱਲ੍ਹ ਕੀ ਹੋ ਗਿਆ ਵੀ ਜਿਹੜੇ ਤਾਂ ਲੋਕ PR ਆ, ਜਿਹੜੇ ਮਤਲਬ ਸੈੱਟ ਆ ਜੀ, ਜਿਹੜੇ ਮੁਕੰਮਲ ਤੌਰ 'ਤੇ ਸੈੱਟ ਹੋ ਚੁੱਕੇ ਆ। ਹਾਂਜੀ ਬਿਲਕੁਲ। ਅਤੇ ਉਹ ਕੀ ਕਰਦੇ ਨੇ ਕਿ ਮਤਲਬ ਉਹ ਆਪਣੀ ਜਿੱਦਾਂ ਵਾਈਫ ਨੂੰ ਘਰੇ ਬਿਜ਼ਨਸ ਖੋਲ੍ਹ ਦਿੰਦੇ ਨੇ। ਚਲੋ ਮਤਲਬ ਜਿਹੜੀ ਫੀਮੇਲਸ ਆ ਉਹਨਾਂ ਲਈ ਬਿਜ਼ਨਸ ਕਰਨਾ, ਹੋਮ ਬੇਸ ਕਰਨਾ ਮਤਲਬ ਕੋਈ ਐਡਾ ਔਖਾ ਨਹੀਂ ਹੈਗਾ, ਠੀਕ ਹੈ ਜੀ। ਅਤੇ ਉਹਨਾਂ ਨੇ ਕੀ ਕਰਨਾ, ਜਸਟ ਤੁਸੀਂ ਮੇਨ ਅੱਜ ਕੱਲ੍ਹ ਜੋ ਚੱਲ ਰਿਹਾ ਟਰੈਂਡ ਦੇ ਵਿੱਚ ਸੂਟਾਂ ਦਾ ਬਿਜ਼ਨਸ ਹੋ ਗਿਆ, ਜਵੈਲਰੀ ਦਾ ਹੋ ਗਿਆ, ਆਪਣੇ ਮਤਲਬ ਕਹਿ ਲਓ ਟਰੈਡੀਸ਼ਨਲ ਜੋ ਆਪਾਂ ਨੂੰ ਇੱਥੇ ਆਮ ਤੌਰ 'ਤੇ ਨਹੀਂ ਮਿਲਦਾ, ਠੀਕ ਹੈ ਜੀ। ਕਿਉਂਕਿ ਇੱਥੇ ਜਿੱਦਾਂ ਦਾ ਦੇਸ਼ ਆ ਉਸ ਹਿਸਾਬ ਨਾਲ ਸਾਨੂੰ ਇੱਥੇ ਵੈਸਟਰਨ ਚੀਜ਼ਾਂ ਹੀ ਜ਼ਿਆਦਾ ਤੌਰ 'ਤੇ ਮਿਲ ਜਾਂਦੀਆਂ, ਸ਼ੋਪਸ ਦੇ ਵਿੱਚ ਮਿਲਦੀਆਂ, ਸਾਨੂੰ ਟਰੈਡੀਸ਼ਨਲ ਨਹੀਂ ਮਿਲਦਾ। ਸੋ ਲੋਕਾਂ ਦੀ ਮੇਨ ਰਿਕੁਆਇਰਮੈਂਟ ਹੁੰਦੀ ਆ ਆਪਣੀਆਂ ਮੇਨ ਫੀਮੇਲਸ ਦੀ, ਆਪਣੀਆਂ ਕੁੜੀਆਂ ਦੀਆਂ, ਹੈ ਨਾ, ਕਿ ਸਾਨੂੰ ਸੂਟ ਚਾਹੀਦੇ ਆ ਕਿਸੇ ਓਕੇਜਨ 'ਤੇ ਪਾਉਣ ਨੂੰ, ਜਾਂ ਸਾਨੂੰ ਜਵੈਲਰੀ ਨਾਲ ਦੀ ਚਾਹੀਦੀ ਆ, ਸਾਨੂੰ ਨਾਲ ਪੰਜਾਬੀ ਜੁੱਤੀ ਵੀ ਚਾਹੀਦੀ ਹੈ, ਜੀ। ਅਤੇ ਉਹ ਡਿਮਾਂਡ ਦੇ ਕਰਕੇ ਅਤੇ ਫਿਰ ਉਹ ਚੀਜ਼ ਜਿਹੜੀ ਆ ਉਹ ਹੋਮ ਬੇਸਡ ਬਿਜ਼ਨਸ ਜਿਹੜਾ ਉਹ ਸ਼ੁਰੂ ਕਰ ਲੈਂਦੇ ਆ, ਅਤੇ ਉਹ ਬਹੁਤ ਚੱਲਦਾ ਆ ਜੀ, ਠੀਕ ਹੈ। ਅਤੇ ਉਹ ਨਾਲੇ ਡਿਪੈਂਡ ਕਰਦਾ ਤੁਸੀਂ ਕਿੰਨੀ ਕੁ ਉਸ ਚੀਜ਼ ਦੀ ਐਡਵਰਟਾਈਜ਼ਮੈਂਟ ਕਰਦੇ ਆ ਜੀ, ਅਤੇ ਕਿੰਨਾ ਕੁ ਤੁਸੀਂ ਆਪਣੇ ਐਫਰਟਸ ਪਾ ਰਹੇ ਹੋ ਉਸ ਚੀਜ਼ ਦੇ ਵਿੱਚ, ਠੀਕ ਹੈ। ਇਹ ਚੀਜ਼ ਮਤਲਬ ਜੇ ਦੇਖਿਆ ਜਾਵੇ ਤਾਂ ਵਧੀਆ ਵੀ ਹੈ, ਮਤਲਬ ਇਸ ਚੀਜ਼ ਦੇ ਵਿੱਚ ਫਾਇਦਾ ਵੀ ਹੈ। ਫਾਇਦਾ ਤਾਂ ਹੈ। ਦੇਖੋ ਤੁਸੀਂ ਆਪਣੇ ਘਰੇ ਰਹੋਗੇ, ਤੁਸੀਂ ਆਪਣੇ ਘਰ ਦੀ ਟੇਕ ਕੇਅਰ ਕਰੋਗੇ, ਆਪਣੇ ਨਿਆਣਿਆਂ ਦੀ ਟੇਕ ਕੇਅਰ ਕਰ ਸਕਦੇ ਹੋ, ਤੁਹਾਨੂੰ ਬਾਹਰ ਕਿਤੇ ਜਾਣ ਦੀ ਜ਼ਰੂਰਤ ਨਹੀਂ। ਕਿਉਂਕਿ ਜੇ ਤੁਸੀਂ ਬਾਹਰ ਕੰਮ ਕਰਨ ਲਈ ਜਾਂਦੇ ਹੋ ਤਾਂ ਤੁਹਾਨੂੰ ਪਤਾ ਹੈ ਤੁਹਾਨੂੰ ਬਹੁਤ ਚੀਜ਼ਾਂ ਮਤਲਬ ਦੇਖਣੀਆਂ ਪੈਂਦੀਆਂ। ਤੁਹਾਨੂੰ ਘਰੇ ਪਹਿਲਾਂ ਰੋਟੀ ਬਣਾ ਕੇ ਜਾਓਗੇ, ਆ ਕੇ ਵੀ ਬਣਾਓਗੇ, ਆਪਣੇ ਨਾਲ ਵੀ ਲੈ ਕੇ ਜਾਓਗੇ, ਆਪਣੇ ਹਸਬੈਂਡ ਨੂੰ ਪੈਕ ਕਰਕੇ ਦਓਗੇ, ਆਪਣੇ ਬੱਚਿਆਂ ਨੂੰ ਸਕੂਲ ਦਾ ਪੈਕ ਕਰਕੇ ਦਓਗੇ। ਸੋ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਜਿਹੜੀਆਂ ਇੱਕ ਫੀਮੇਲ ਨੂੰ ਮੈਨੇਜ ਕਰਨੀਆਂ ਪੈਂਦੀਆਂ। ਬਟ ਜੇ ਤੁਸੀਂ ਆਲਰੇਡੀ ਹੋਮ ਬੇਸਡ ਬਿਜ਼ਨਸ ਕਰ ਰਹੇ ਹੋ, ਤੁਸੀਂ ਘਰੇ ਕੰਮ ਕਰ ਰਹੇ ਹੋ, ਤੁਸੀਂ ਘਰ ਰਹਿ ਕੇ ਆਪਣੇ ਬੱਚਿਆਂ ਦੀ ਟੇਕ ਕੇਅਰ ਕਰ ਸਕਦੇ ਹੋ, ਤੁਸੀਂ ਆਪਣੇ ਘਰ ਦਾ ਵੀ ਸਾਰਾ ਦੇਖ ਸਕਦੇ ਹੋ, ਤੁਹਾਨੂੰ ਕੋਈ ਐਡਾ ਉਹ ਨਹੀਂ ਹੁੰਦਾ ਹੈਗਾ, ਇਸ਼ੂ ਨਹੀਂ ਮਤਲਬ ਕੋਈ ਹੁੰਦਾ ਜੀ। ਸੋ ਠੀਕ ਆ, ਵਧੀਆ। ਬਟ ਇੱਕ ਹੁੰਦਾ ਨਾ ਕਿ ਜਦੋਂ ਆਪਾਂ ਕੋਈ ਬਿਜ਼ਨਸ ਸ਼ੁਰੂ ਕਰਦੇ ਹਾਂ ਸਾਨੂੰ ਬਹੁਤ ਥੋੜ੍ਹੇ ਕਹਿੰਦੇ ਘੱਟ ਲੈਵਲ ਤੋਂ ਸ਼ੁਰੂ, ਇਨਵੈਸਟਮੈਂਟ ਦੀ ਪ੍ਰੋਬਲਮ ਹੁੰਦੀ ਹੈ। ਹਾਂ, ਇਨਵੈਸਟਮੈਂਟ ਤਾਂ ਚਲੋ ਆਉਂਦੀ ਆ। ਮੈਂ ਇਹ ਕਹਿਣਾ ਚਾਹੁੰਦੀ ਸੀ, ਮੇਰਾ ਮਤਲਬ ਇਹ ਸੀ ਕਹਿਣ ਦਾ ਮਤਲਬ ਕਿ ਮਤਲਬ ਘੱਟ ਤੋਂ ਆਪਾਂ ਸ਼ੁਰੂ ਕਰਦੇ। ਹੁਣ ਕਈ ਕੀ ਕਰਦੇ ਆ, ਕਈ ਆਪਣੇ ਪੰਜਾਬੀ ਕਰਦੇ ਆ ਕਿ ਮਤਲਬ ਕਹਿੰਦੇ ਵੀ ਅਸੀਂ ਥੋੜ੍ਹੇ ਟਾਈਮ 'ਚ ਜ਼ਿਆਦਾ ਕਮਾ ਲਈਏ, ਹੈ ਨਾ। ਜਦੋਂ ਸ਼ੁਰੂ ਕੀਤਾ ਸੀ ਉਦੋਂ ਹੀ ਰੇਟ ਚੱਕ ਦਿੱਤੇ, ਰੇਟ ਵਧਾਤੇ, ਕਿ ਮਤਲਬ ਰੇਟ ਵਧਾਤੇ ਤਾਂ ਉਹ ਕਸਟਮਰ 'ਤੇ ਵੀ ਪੂਰਾ ਇਫੈਕਟ ਪੈਂਦਾ ਉਸ ਚੀਜ਼ ਦਾ।
ਵੀ ਰੇਟ ਵਧਾ ਕੇ ਅਸੀਂ ਮਤਲਬ ਕਹਿ ਲਓ ਵੀ ਹੁਣ ਜੇ ਆਪਾਂ ਇੰਡੀਆ ਤੋਂ ਹੁਣ ਕਈ ਆਪਣੇ ਜਿਹੜੀਆਂ ਇੱਥੇ ਪੰਜਾਬੀ ਹੈਗੀਆਂ ਆ ਹੈ ਨਾ, ਇਹ ਬੀਬੀਆਂ ਜਿਹੜੀਆਂ ਉਹ ਕੀ ਕਰਦੀਆਂ, ਉਹ ਜਦੋਂ ਸੂਟ ਲੈਣ ਜਾਊਂਗੀਆਂ ਇੱਥੋਂ, ਹਾਂਜੀ, ਇੱਕ ਤਾਂ ਉਹਨਾਂ ਨੂੰ ਕੁਆਲਿਟੀ ਵੀ ਚਾਹੀਦੀ ਆ ਤੇ ਪੈਸੇ ਵੀ ਘੱਟ ਚਾਹੀਦੇ ਹੁੰਦੇ ਜੀ, ਬਿਲਕੁਲ ਜੀ, ਠੀਕ ਆ। ਬਿਲਕੁਲ, ਹਾਂਜੀ। ਤੇ ਆਪਾਂ ਜਦੋਂ ਉਹ ਫਿਰ ਇੰਡੀਆ ਦੇ ਪੈਸਿਆਂ ਦੇ ਨਾਲ ਗੁਣਾ ਕਰਕੇ ਸੋਚਦੀਆਂ ਵੀ ਮਤਲਬ ਜੇ ਅਸੀਂ ਉੱਥੋਂ ਲਈਏ ਤਾਂ ਸਾਨੂੰ ਸਸਤਾ ਪਊਗਾ ਤੇ ਆਪਾਂ ਇੱਥੋਂ ਹੀ ਸਾਨੂੰ ਇੰਨਾ ਮਹਿੰਗਾ ਮਿਲਦਾ ਪਿਆ ਜੀ। ਬਿਲਕੁਲ 90% ਪੰਜਾਬੀ ਇਹੀ ਸੋਚਦੇ ਆ ਜੀ ਵੀ ਸਾਨੂੰ ਪਹਿਲਾਂ ਇੰਡੀਆ ਦੇ ਹਿਸਾਬ ਨਾਲ ਗੁਣਾ ਕਰਕੇ ਦੇਖੀਏ ਤੇ ਉਸ ਹਿਸਾਬ ਨਾਲ ਜੇ ਤਾਂ ਸਾਨੂੰ ਚੀਜ਼ ਇੱਥੇ ਉਹ ਰਲਦੀ ਮਿਲਦੀ ਲੱਗਦੀ ਆ ਵੀ ਰੇਟ ਦਾ ਜ਼ਿਆਦਾ ਫਰਕ ਨਹੀਂ ਆ ਤੇ ਫਿਰ ਉਹ ਕਹਿੰਦੇ ਆ ਕਿ ਲੈ ਲਓ। ਤੇ ਜਿਹੜੇ ਉਹਨਾਂ ਦੇ ਨਾਲ ਜਿੱਦਾਂ ਕਈ ਵਾਰੀ ਆਪਾਂ ਦੇਖਦੇ ਹਾਂ ਵੀ ਇੰਡੀਆ ਤੋਂ ਜਿਹੜੇ ਮਾਪੇ ਆਉਂਦੇ ਆ ਉਹ ਤਾਂ ਉੱਦਾਂ ਹੀ ਆਪਣੇ ਨਿਆਣਿਆਂ ਨੂੰ ਇੱਥੋਂ ਕੁਛ ਨਹੀਂ ਚੱਕਣ ਦਿੰਦੇ। ਉਹਨਾਂ ਨੇ ਪਹਿਲਾਂ ਉਹਨੂੰ ਹੁਣ 55 ਨਾਲ ਗੁਣਾ ਕਰਕੇ ਦੇਖਣਾ ਹੁੰਦਾ। ਹਾਂਜੀ, ਦੇਖੋ ਜੀ ਇਹ ਤਾਂ ਆਪਾਂ ਵੀ ਕਰਦੇ ਹਾਂ, ਇਹ 'ਚ ਕੋਈ ਝੂਠ ਨਹੀਂ ਹੈਗਾ, ਠੀਕ ਹੈ। ਇਹ ਨਹੀਂ ਕਿ ਆਪਾਂ ਬਾਕੀਆਂ ਦੀ ਗੱਲ ਕਰ ਰਹੇ ਹਾਂ, ਅਸੀਂ ਵੀ ਉਸੇ ਕੈਟੇਗਰੀ 'ਚ ਆਉਂਦੇ ਹਾਂ। ਭਾਵੇਂ ਬੰਦੇ ਨੂੰ ਇੱਥੇ ਰਹਿੰਦੇ ਨੂੰ 10 ਸਾਲ ਹੋ ਜਾਣ, ਭਾਵੇਂ 20 ਸਾਲ ਹੋ ਜਾਣ, ਇਹ ਚੀਜ਼ ਉਹ ਰਹਿੰਦੀ ਆ ਆਪਣੀ ਪੰਜਾਬੀਆਂ ਦੇ ਵਿੱਚ। ਹਾਂਜੀ, ਕਿ ਆਪਾਂ ਗੁਣਾ ਕਰਕੇ ਜ਼ਰੂਰ ਦੇਖਦੇ ਹਾਂ ਕਿ ਉਹ ਇੰਨੇ ਦੀ ਹੈ। ਜਦੋਂ ਆਪਾਂ ਸੋ ਮੈਂ ਉਹੀ ਪੁੱਛਣ ਤੁਹਾਨੂੰ ਜਾ ਰਿਹਾ ਜੀ ਕਿ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਅਸੀਂ ਹਰੇਕ ਚੀਜ਼ ਨੂੰ ਗੁਣਾ ਕਰਕੇ ਕਰਦੇ ਹਾਂ, ਸੋ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਇੱਥੇ ਬਿਜ਼ਨਸ ਉਹਨਾਂ ਨੇ ਖੋਲ੍ਹਿਆ ਉਹ ਵੀ ਇਹੀ ਪਹਿਲਾਂ ਸੋਚ ਕੇ ਖੋਲ੍ਹਦੇ ਹੋਣਗੇ ਵੀ ਜਿਹੜਾ ਸਾਡੇ ਕੋਲ ਕਸਟਮਰ ਆਇਆ ਲੈਣ, ਉਹਨੇ ਪਹਿਲਾਂ ਇੰਡੀਆ ਦੇ ਹਿਸਾਬ ਨਾਲ ਵੀ ਦੇਖਣਾ ਆ ਵੀ ਸਾਨੂੰ ਇਹ ਚੀਜ਼, ਮੰਨ ਲਓ ਇੱਕ ਸੂਟ ਜੇ ਸਾਨੂੰ ਇੰਡੀਆ ਤੋਂ 2000 ਜਾਂ 3000 ਦਾ ਮਿਲਦਾ, ਇੱਥੋਂ ਵੀ ਉਹੀ ਰੇਟ ਦੇ ਲਗਭਗ ਮਿਲਦਾ ਹੋਏਗਾ ਜੀ? ਦੇਖੋ ਜੀ ਉਸ ਰੇਟ 'ਤੇ ਤਾਂ ਨਹੀਂ ਮਿਲਦਾ। ਦੇਖੋ ਹਰ ਇੱਕ ਚੀਜ਼ ਦੇ ਫਾਇਦੇ ਵੀ ਹੁੰਦੇ ਆ ਤੇ ਨੁਕਸਾਨ ਵੀ ਹੁੰਦੇ ਆ। ਦੇਖੋ ਹੁਣ ਜੇ ਆਪਾਂ ਇੰਡੀਆ ਤੋਂ ਮੰਗਾਉਂਦੇ ਆ, ਫਿਰ ਆਪਾਂ ਸੋਚਦੇ ਹਾਂ ਕਿ ਉਨੇ ਪੈਸਿਆਂ ਦੇ ਵਿੱਚ ਸਾਨੂੰ 3 ਸੂਟ ਆ ਜਾਣੇ, ਜਿੰਨੇ ਪੈਸੇ ਸਾਨੂੰ ਇੱਥੇ 1 ਸੂਟ ਮਿਲਣਾ ਜੀ। ਪਰ ਆਪਾਂ ਨੂੰ ਫਿਰ ਇਹ ਵੀ ਸੋਚਣਾ ਚਾਹੀਦਾ ਕਿ ਠੀਕ ਆ ਵੀ ਉੱਥੇ ਵੀ ਸਾਨੂੰ ਸ਼ਿਪਿੰਗ, ਜਿਹੜਾ ਸਾਨੂੰ ਮੰਗਾਉਣ ਦਾ ਖਰਚਾ ਜਿਹੜਾ ਆ ਉਹ ਤੁਹਾਨੂੰ 1 ਸੂਟ ਦੇ ਬਰਾਬਰ ਪੈ ਜਾਂਦਾ। ਬਿਲਕੁਲ ਹਾਂਜੀ, ਆਪਾਂ ਉਹੀ ਸੋਚ ਲਈਦਾ ਵੀ ਜਿਹੜੇ ਸੂਟ ਆ ਇੱਥੋਂ ਜੇ ਉੱਥੋਂ 3000 ਦਾ ਤੇ ਅਸੀਂ ਇੱਥੋਂ 5000 ਦਾ ਲੈਣਾ, ਆਪਾਂ ਇਹ ਨਹੀਂ ਸੋਚਦੇ ਕਿ ਅਸੀਂ ਉੱਥੇ ਜਿਹੜੀ ਸ਼ਿਪਿੰਗ ਆ ਉਹ ਵੀ ਬੜੀ ਮਹਿੰਗੀ ਹੋ ਚੁੱਕੀ ਹੈ। ਹਾਂਜੀ, ਕਿਉਂਕਿ ਮਤਲਬ ਗੱਲ ਸਾਰੀ ਸ਼ਿਪਿੰਗ ਦੀ ਹੁੰਦੀ ਹੈ। ਜੇ ਤੁਸੀਂ ਆਪਣਾ ਓਵਰਸੀਜ਼ ਕੁਛ ਵੀ ਮੰਗਾਉਂਦੇ ਆ, ਠੀਕ ਆ, ਇੰਡੀਆ ਤੋਂ ਮੰਗਾਉਂਦੇ ਆ ਚਾਹੇ ਕਿਸੇ ਹੋਰ ਕੰਟਰੀ ਤੋਂ ਮੰਗਾਉਂਦੇ ਆ, ਮੇਨ ਜਿਹੜਾ ਚੀਜ਼ ਹੁੰਦੀ ਹੈ, ਜਿਹੜੀ ਮੇਨ ਉਹ ਹੈ ਕਿ ਸ਼ਿਪਿੰਗ, ਜਿਹੜੀ ਕਿ ਸ਼ਿਪਿੰਗ ਹੀ ਸਭ ਤੋਂ ਜ਼ਿਆਦਾ ਬੰਦੇ ਨੂੰ ਮਾਰਦੀ ਆ। ਬਾਕੀ ਚੀਜ਼ਾਂ ਤੇ ਜੇ ਆਪਾਂ ਉਸ ਪੱਖ ਨਾਲ ਦੇਖੀਏ ਤਾਂ ਉਸ ਪੱਖ ਨਾਲ ਤਾਂ ਇਹ ਚੀਜ਼ ਠੀਕ ਆ ਕਿ ਤੁਹਾਨੂੰ ਸ਼ਿਪਿੰਗ ਦੇ ਪੈਸੇ ਬਚਦੇ ਆ ਜੀ। ਤੇ ਜੇ ਆਪਾਂ ਕਹੀਏ ਕਿ ਮਤਲਬ ਦੂਸਰੀ ਸਾਈਡ ਤੋਂ ਸੋਚੀਏ ਤੇ ਫਿਰ ਇਹ ਹੁੰਦਾ ਕਿ ਇੰਨੇ 'ਚ ਸਾਨੂੰ 1 ਸੂਟ ਹੋਰ ਆ ਜਾਣਾ ਸੀ ਜਿੰਨਾ ਆਪਾਂ ਇੱਥੇ ਮਹਿੰਗਾ ਲਿਆ ਵਾ। ਬਟ ਹੁਣ ਹੈ ਮਤਲਬ ਇਸ ਚੀਜ਼ ਦਾ ਫਾਇਦਾ ਵੀ ਆ ਤੇ ਨੁਕਸਾਨ ਵੀ ਆ, ਠੀਕ ਆ ਨਾ। ਇੱਕ ਤਾਂ ਇਹ ਆ ਵੀ ਸਾਨੂੰ ਕੋਈ ਇੱਕਦਮ ਫੰਕਸ਼ਨ ਆ ਗਿਆ, ਹੁਣ ਅਸੀਂ ਇਹ ਤਾਂ ਹੋ ਨਹੀਂ ਸਕਦਾ ਕਿ ਆਪਾਂ ਇੰਡੀਆ ਤੋਂ ਮੰਗਾਈਏ, ਕਿਉਂਕਿ ਤੁਹਾਨੂੰ ਪਤਾ ਇਸ ਚੀਜ਼ ਨੂੰ 1 ਮਹੀਨਾ ਮਤਲਬ ਘੱਟੋ ਘੱਟ ਲੱਗਦਾ ਹੀ ਲੱਗਦਾ ਹੈ। ਤੇ ਇੱਥੇ ਤੁਸੀਂ ਸਟਰੇਟ ਅਵੇ ਤੁਹਾਨੂੰ ਕੋਈ ਫੰਕਸ਼ਨ ਆਇਆ, ਤੁਸੀਂ ਸਟਰੇਟ ਅਵੇ ਜਾ ਕੇ ਉਹਨਾਂ ਤੋਂ ਤੁਸੀਂ ਖਰੀਦ ਸਕਦੇ ਹੋ, ਠੀਕ ਹੈ। ਉਸ ਵੇਲੇ ਇਹ ਮਤਲਬ ਇਹਨਾਂ ਚੀਜ਼ਾਂ ਦੇ ਨੁਕਸਾਨ ਮਤਲਬ ਫਾਇਦੇ ਵੀ ਆ ਤੇ ਨੁਕਸਾਨ ਵੀ ਹੈਗੇ ਆ ਜੀ। ਸੋ ਜਿਹੜਾ ਸੂਟ ਹੈ ਜੀ ਉਹਨੂੰ ਇੱਕ ਪੰਜਾਬੀ ਦਾ ਮੇਨ ਪਹਿਰਾਵਾ ਮੰਨਿਆ ਜਾਂਦਾ। ਸੋ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਕੁਆਲਿਟੀ ਸਾਨੂੰ ਅਸੀਂ ਇੰਡੀਆ ਜਾ ਕੇ ਸੂਟਾਂ ਦੀ ਕੁਆਲਿਟੀ ਲੈਂਦੇ ਹਾਂ, ਸੇਮ ਕੁਆਲਿਟੀ ਜਾਂ ਕਹਿ ਲਓ ਕਿ ਉਨੇ ਹੀ ਵਧੀਆ ਸੂਟ ਇੱਥੇ ਵੀ ਮਿਲ ਜਾਂਦੇ ਆ ਜੀ? ਹਾਂਜੀ ਜੀ, ਦੇਖੋ ਜੇ ਤਾਂ ਤੁਸੀਂ ਮਤਲਬ ਜ਼ਿਆਦਾ ਪੈਸੇ ਖਰਚਦੇ ਹੋ, ਕੁਆਲਿਟੀ ਤੁਹਾਨੂੰ ਜ਼ਰੂਰ ਮਿਲੇਗੀ ਹੈ ਨਾ, ਬਟ ਇਹ ਹੈ ਕਿ ਉਹ ਥੋੜ੍ਹਾ ਮਹਿੰਗਾ ਆ, ਮਤਲਬ ਮਹਿੰਗਾ ਕੰਮ ਪੈ ਜਾਂਦਾ ਹੈ ਜੇ ਤੁਸੀਂ ਕੁਆਲਿਟੀ ਦੇਖਦੇ ਆ। ਬਟ ਅਫਕੋਰਸ ਜੇ ਤੁਸੀਂ ਸੂਟ ਲਾਓਗੇ ਤੁਸੀਂ ਮਤਲਬ ਕੁਆਲਿਟੀ ਤਾਂ ਪਹਿਲਾਂ ਮੈਟਰ ਕਰਦੇ ਆ ਜੀ। ਹਰੇਕ ਕੋਈ ਇੱਥੇ ਹੁਣ ਰਹਿ ਕੇ ਇੱਦਾਂ ਤਾਂ ਹੈ ਨਹੀਂ ਕਿ ਬੰਦਾ ਇੱਥੋਂ ਆਪਣਾ ਕੋਈ ਪਹਿਰਾਵਾ ਲਊਗਾ, ਕੋਈ ਸੂਟ ਲਊਗਾ, ਕੋਈ ਕੁੜਤਾ ਪਜਾਮਾ ਲਊਗਾ ਤੇ ਉਹਨੂੰ ਜੇ ਉਸ ਚੀਜ਼ ਦੀ ਕੁਆਲਿਟੀ ਨਹੀਂ ਮਿਲਦੀ ਜਾਂ ਕੁਆਲਿਟੀ ਨਹੀਂ ਲੱਭਦੀ, ਸੋ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਵੀ ਜਿੰਨਾ ਗੁੜ ਪਾਓ ਉਨਾ ਹੀ ਮਿੱਠਾ ਹੋਣਾ। ਹਾਂਜੀ। ਤੇ ਦੂਜੀ ਗੱਲ ਇਹ ਹੈ ਕਿ ਜੇ ਆਪਾਂ ਹੁਣ ਘੱਟ ਪੈਸਿਆਂ 'ਚ ਦੇਖਦੇ ਹਾਂ ਤਾਂ ਉਨੀ ਕੁਆਲਿਟੀ ਥੱਲੇ ਜਾਂਦੀ ਹੈ, ਠੀਕ ਆ। ਤੇ ਜੇ ਆਪਾਂ ਦੇਖਦੇ ਹਾਂ ਕਿ ਸਾਨੂੰ ਕੁਆਲਿਟੀ ਵਾਲੀ ਚੀਜ਼ ਚਾਹੀਦੀ ਆ ਕਿ ਠੀਕ ਆ, ਉਹਦਾ ਸਾਨੂੰ ਸਟੱਫ ਵਧੀਆ ਚਾਹੀਦਾ, ਫੈਬਰਿਕ ਵਧੀਆ ਹੋਣਾ ਚਾਹੀਦਾ, ਤਾਂ ਅਫਕੋਰਸ ਸਾਨੂੰ ਪੈਸੇ ਜ਼ਿਆਦਾ ਹੀ ਖਰਚਣੇ ਪੈਣਗੇ, ਠੀਕ ਹੈ ਨਾ। ਬਾਕੀ ਤੁਹਾਨੂੰ ਪਤਾ ਹੈ ਵੀ ਹਾਂ ਜਿਹੜਾ ਬੰਦਾ ਬਿਜ਼ਨਸ ਕਰ ਰਿਹਾ, ਜਿਹੜਾ ਆਪਣਾ ਕਾਰੋਬਾਰ ਆਪਣਾ ਕਰ ਰਿਹਾ, ਠੀਕ ਹੈ, ਜਦੋਂ ਉਹ ਵੀ ਉਹ ਆਪਣਾ ਸਮਾਨ ਮੰਗਵਾਉਂਦਾ ਆ, ਇਕੱਠਾ ਮੰਗਵਾਉਂਦਾ ਆ, ਤੇ ਅਫਕੋਰਸ ਉਹਨਾਂ ਦੇ ਵੀ ਇੱਥੇ ਮੰਗਵਾਉਣ ਦੇ ਪੈਸੇ ਲੱਗਦੇ ਆ, ਠੀਕ ਹੈ। ਤਾਂ ਉਹਨਾਂ ਨੇ ਉਹ ਪੈਸੇ ਵੀ ਉਹਦੇ ਵਿੱਚ ਪਾ ਕੇ ਤੁਹਾਡੇ ਕੋਲੋਂ ਹੀ ਲੈਣੇ ਜੀ। ਨਾਲੇ ਉਹ ਆਪਣਾ ਸਮਾਂ ਵੀ ਜਿਹੜਾ ਲਾਉਂਦੇ ਆ ਜੀ ਅਲੱਗ ਤੋਂ ਆਪਣਾ ਟਾਈਮ, ਕਿਉਂ ਟਾਈਮ ਇਜ਼ ਮਨੀ, ਫਿਰ ਜੋ ਆਪਣਾ ਸਮਾਂ ਕੱਢਦੇ ਆ ਇਸ ਚੀਜ਼ ਲਈ ਤੇ ਉਹ ਵੀ ਹੈ। ਗੁਰਪ੍ਰੀਤ ਜੀ, ਆਪਾਂ ਇੱਥੇ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ, ਉਹਦੇ ਤੋਂ ਬਾਅਦ ਮੈਂ ਤੁਹਾਨੂੰ ਇਹ ਪੁੱਛੂੰਗਾ ਕਿ ਇਸ ਚੀਜ਼ ਦੀ ਪ੍ਰਮੋਸ਼ਨ ਵਗੈਰਾ ਕਿਸ ਹਿਸਾਬ ਨਾਲ ਹੁੰਦੀ ਆ। ਸੋ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਅਤੇ ਤੁਹਾਡੇ ਬੱਚੇ ਪਰੀਆਂ ਦੀਆਂ ਕਹਾਣੀਆਂ ਪੜ੍ਹਨ ਦੇ ਸ਼ੌਕੀਨ ਹਨ?
ਬੈਸਟ ਸੈਲਿੰਗ ਆਥਰ ਗਗਨ ਸੈਣੀ ਲੈ ਕੇ ਆਏ ਹਨ ਇੱਕ ਲਾਜਵਾਬ ਕਹਾਣੀ, ਐਲੀ ਐਂਡ ਔਰਿਨ ਪ੍ਰੋਫੈਸੀ, ਜੋ ਕਿ ਕਹਾਣੀ ਹੈ ਇੱਕ 13 ਸਾਲ ਦੀ ਲੜਕੀ ਦੀ ਜੋ ਖਤਰਿਆਂ ਦੀ ਪਰਵਾਹ ਕੀਤੇ ਬਿਨਾਂ ਤੁਰ ਪੈਂਦੀ ਹੈ ਆਪਣੀ ਦਾਦੀ ਨੂੰ ਬਚਾਉਣ ਧਰਤੀ ਤੋਂ ਬਹੁਤ ਦੂਰ। ਇਹ ਕਿਤਾਬ ਉਪਲਬਧ ਹੈ Amazon ਅਤੇ Goodreads ਤੇ। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.elliorin.com। ਸਵਾਗਤ ਹੈ ਜੀ ਇੱਕ ਵਾਰੀ ਫੇਰ ਪ੍ਰੋਗਰਾਮ ਚੱਲ ਰਿਹਾ ਦੋ ਗੱਲਾਂ ਕਰੀਏ। ਸੋ ਮੇਰੇ ਨਾਲ ਮੌਜੂਦ ਨੇ ਗੁਰਪ੍ਰੀਤ। ਅਸੀਂ ਅੱਜ ਗੱਲ ਕਰ ਰਹੇ ਹਾਂ ਜੀ ਹੋਮ ਬੇਸ ਬਿਜ਼ਨਸ ਜਿਹੜੇ ਇੱਥੇ ਪੰਜਾਬੀ ਕਰਦੇ ਆ, ਸੋ ਉਹਦੇ ਬਾਰੇ। ਸੋ ਗੁਰਪ੍ਰੀਤ ਜੀ, ਤੁਸੀਂ ਜਿੱਦਾਂ ਪਹਿਲੇ ਭਾਗ ਵਿੱਚ ਬ੍ਰੇਕ ਤੋਂ ਪਹਿਲਾਂ ਤੁਸੀਂ ਦੱਸਿਆ ਕਿ ਕਿੱਦਾਂ ਆਪਾਂ ਇੱਥੇ ਕੱਪੜੇ ਦੀ ਕੁਆਲਿਟੀ ਨੂੰ ਲੈ ਕੇ ਗੱਲ ਕੀਤੀ ਅਤੇ ਆਪਾਂ ਗੱਲ ਕੀਤੀ ਕਿ ਜਿਹੜੀਆਂ ਲੇਡੀਜ਼ ਆ ਜਿਹੜੀਆਂ ਨਹੀਂ ਬਾਹਰ ਕੰਮ 'ਤੇ ਜਾ ਸਕਦੀਆਂ ਜਾਂ ਜਿਨ੍ਹਾਂ ਦੇ ਬੱਚੇ ਆ ਜਾਂ ਜਿਹੜੇ ਉਹਨਾਂ ਦੇ ਹਸਬੈਂਡ ਆ ਉਹ ਕਹਿੰਦੇ ਆ ਕਿ ਤੁਸੀਂ ਘਰੇ ਰਹੋ ਅਤੇ ਜ਼ਿਆਦਾ ਵਧੀਆ ਨਾ ਕਿਤੇ ਕੰਮ ਕਰਨ ਨਾਲੋਂ। ਸੋ ਤੁਸੀਂ ਦੱਸਿਆ ਕਿ ਉਹਨਾਂ ਨੇ ਜੁਐਲਰੀ ਦੇ ਜਿਹੜੇ ਬਿਜ਼ਨਸ ਆ ਉਹ ਸ਼ੁਰੂ ਕੀਤੇ, ਉਹਨਾਂ ਨੇ ਸੂਟਾਂ ਦੇ ਬਿਜ਼ਨਸ ਸ਼ੁਰੂ ਕੀਤੇ, ਫੈਬਰਿਕ ਦੇ ਬਿਜ਼ਨਸ ਉਹਨਾਂ ਨੇ ਸ਼ੁਰੂ ਕੀਤੇ। ਸੋ ਮੈਂ ਜਾਣਨਾ ਚਾਹੁੰਦਾ ਜੀ, ਜਿਹੜੇ ਸਰੋਤੇ ਸੁਣਦੇ ਆ ਉਹਨਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਇੱਥੇ ਇੰਡੀਆ ਵਾਂਗੂ ਬਾਜ਼ਾਰ ਨੇ, ਕੋਈ ਸਪੈਸੀਫਿਕ ਜਗ੍ਹਾ ਹੈ ਆਸਟ੍ਰੇਲੀਆ ਦੇ ਵਿੱਚ ਜਿੱਥੋਂ ਤੁਸੀਂ ਜਾ ਕੇ ਇੰਡੀਆ ਵਾਂਗੂ ਮਾਰਕੀਟ ਲੱਗਦੀਆਂ ਹੁਣ ਤਾਂ ਤੁਸੀਂ ਉੱਥੋਂ ਜਾ ਕੇ ਸੂਟ ਲੈ ਆਓ। ਸੋ ਇਸ ਬਾਰੇ ਦੱਸੋ ਕਿ ਇੱਥੇ ਜ਼ਿਆਦਾ ਜਿਹੜਾ ਸੇਲ ਪਰਚੇਸ ਦਾ ਕੰਮ ਕਿਸ ਹਿਸਾਬ ਨਾਲ ਚੱਲਦਾ ਜੀ? ਹਾਂਜੀ ਜਸਪ੍ਰੀਤ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਜਿਵੇਂ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇੱਥੇ ਜ਼ਿਆਦਾਤਰ ਜਿਹੜੇ ਬਿਜ਼ਨਸ ਹੈਗੇ ਆ ਹੋਮ ਬੇਸ ਬਿਜ਼ਨਸ ਆ ਉਹ ਜ਼ਿਆਦਾਤਰ ਔਨਲਾਈਨ ਨੇ। ਔਨਲਾਈਨ ਮੇਰੇ ਕਹਿਣ ਦਾ ਮਤਲਬ ਆ ਵੀ ਜਿੱਦਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਜ਼ੋਰ ਆ, ਠੀਕ ਹੈ, ਹਰ ਕੋਈ ਸੋਸ਼ਲ ਮੀਡੀਆ 'ਤੇ ਆ ਔਰ ਇੰਨੀਆਂ ਐਪਲੀਕੇਸ਼ਨਸ ਨੇ, ਠੀਕ ਹੈ, ਇੰਨੇ ਪਲੈਟਫਾਰਮ ਨੇ, ਲਾਈਕ ਟਿਕਟੋਕ ਹੋ ਗਈ, ਆਪਣਾ ਇੰਸਟਾਗ੍ਰਾਮ ਹੋ ਗਿਆ, ਫੇਸਬੁੱਕ ਹੋ ਗਿਆ। ਹੁਣ ਹਰ ਕੋਈ ਜਦੋਂ ਵੀ ਆਪਣਾ ਬਿਜ਼ਨਸ ਸ਼ੁਰੂ ਕਰਦਾ ਨਾ, ਸਭ ਤੋਂ ਪਹਿਲਾਂ ਤਾਂ ਉਹ ਆਪਣੇ ਇਹਨਾਂ ਪਲੈਟਫਾਰਮਸ 'ਤੇ ਅਕਾਊਂਟ ਬਣਾਉਂਦਾ, ਠੀਕ ਹੈ। ਅੱਜ ਕੱਲ੍ਹ ਸ਼ੌਪਸ ਵਾਲਾ ਕੰਮ ਤਾਂ ਖਤਮ ਹੀ ਹੋ ਗਿਆ ਕਿਉਂਕਿ ਲੋਕੀ ਜ਼ਿਆਦਾ ਕੱਲ੍ਹ ਅਵੇਲੇਬਲ ਹੈਗੇ ਆ ਔਨਲਾਈਨ, ਠੀਕ ਹੈ, ਸਮਾਂ ਹਰੇਕ ਦਾ ਬਚ ਜਾਂਦਾ ਜੀ ਉਹਦੇ ਨਾਲ। ਹਾਂਜੀ, ਤੇ ਉਹ ਸਭ ਤੋਂ ਪਹਿਲਾਂ ਤਾਂ ਇਹਨਾਂ ਚੀਜ਼ਾਂ ਦੇ ਅਕਾਊਂਟ ਬਣਾਉਂਦੇ ਨੇ, ਠੀਕ ਹੈ। ਫਿਰ ਆਪਣੀਆਂ ਜੋ ਵੀ ਉਹਨਾਂ ਦਾ ਬਿਜ਼ਨਸ ਆ ਉਹਦੇ ਅਕੋਰਡਿੰਗ ਉਹ ਪੋਸਟ ਕਰਦੇ ਨੇ, ਉਸ ਆਪਣੇ ਕਹਿ ਲਓ ਵੀ ਆਪਣੇ ਜਿਹੜੀ ਕਾਰੋਬਾਰ ਉਹਦੀ ਮਸ਼ਹੂਰੀ ਕਰਦੇ ਨੇ, ਐਡਵਰਟੀਜ਼ਮੈਂਟ ਜਿਹਨੂੰ ਤੁਸੀਂ ਕਹਿ ਦਿੰਦੇ ਆ ਉਹ ਕਰਦੇ ਨੇ, ਠੀਕ ਹੈ, ਤਾਂ ਕਿ ਜ਼ਿਆਦਾਤਰ ਲੋਕਾਂ ਦੇ ਤੱਕ ਇਹ ਉਹਨਾਂ ਦੀ ਗੱਲ ਪਹੁੰਚੇ, ਉਹਨਾਂ ਦਾ ਬਿਜ਼ਨਸ ਪਹੁੰਚੇ, ਠੀਕ ਹੈ। ਹੁਣ ਇਹ ਹੁੰਦਾ ਆ ਕਿ ਜਦੋਂ ਕਿਸੇ ਨੇ ਭਾਵੇਂ ਕਿਸੇ ਦਾ ਸੂਟ ਦਾ ਬਿਜ਼ਨਸ ਆ ਜਾਂ ਜੁਐਲਰੀ ਦਾ ਆ ਜਾਂ ਫੁੱਟਵੇਅਰ ਦਾ ਆ, ਠੀਕ ਹੈ, ਉਹ ਕੀ ਕਰਦੇ ਨੇ ਕਿ ਉਹ ਔਨਲਾਈਨ ਆਪਣਾ ਲਾਈਵ ਹੁੰਦੇ ਨੇ, ਠੀਕ ਹੈ, ਲਾਈਵ ਹੋ ਜਾਂਦੇ ਨੇ। ਉਹਦੇ ਨਾਲ ਕੀ ਹੈ ਕਿ ਉਹਨਾਂ ਦਾ ਵੀ ਟਾਈਮ ਬਚ ਜਾਂਦਾ ਹੈ ਅਤੇ ਦੇਖਣ ਵਾਲਿਆਂ ਦਾ ਵੀ, ਜੇ ਉਹਨਾਂ ਨੂੰ ਕੋਈ ਚੀਜ਼ ਪਸੰਦ ਆਉਂਦੀ ਆ ਉਹ ਲਾਈਵ ਦੇ ਵਿੱਚ ਹੀ ਉਹਦਾ ਕੀ ਕਹਿੰਦੇ ਹੁੰਦੇ ਆ ਪ੍ਰਾਈਸ ਦੱਸ ਦਿੰਦੇ ਨੇ ਅਤੇ ਸਾਰਾ ਸ਼ੋਅ ਕਰ ਦਿੰਦੇ ਨੇ ਕਿ ਕਿੱਦਾਂ ਦਾ ਫੈਬਰਿਕ ਆ, ਕਲਰ ਦੇਖ ਲਓ ਐਵੇਂ ਦਾ ਆ, ਹੈ ਨਾ। ਅਤੇ ਉਹਦੇ ਨਾਲ ਕੀ ਹੈ ਕਿ ਇੱਕ ਤਾਂ ਟਾਈਮ ਬੱਚਤ ਹੁੰਦੀ ਹੈ, ਕਿ ਇਹ ਆ ਕਿ ਤੁਸੀਂ ਘਰ ਬੈਠੇ ਸਭ ਕੁਛ ਤੁਸੀਂ ਆਪਣੇ ਫੋਨ 'ਤੇ ਦੇਖ ਸਕਦੇ ਹੋ, ਅਤੇ ਜਦੋਂ ਤੁਹਾਨੂੰ ਕੁਛ ਪਸੰਦ ਆਉਂਦਾ ਤੁਸੀਂ ਉਹਨੂੰ ਡਾਇਰੈਕਟ ਮੈਸੇਜ ਕਰਦੇ ਹੋ, ਠੀਕ ਹੈ, ਜਾਂ ਅਗਲੇ ਨੂੰ ਤੁਸੀਂ ਜੇ ਉਹਨੇ ਪ੍ਰਾਈਜ਼ ਨਹੀਂ ਦੱਸਿਆ ਤੁਸੀਂ ਉਹਨੂੰ ਪ੍ਰਾਈਜ਼ ਪੁੱਛ ਲਓ, ਠੀਕ ਹੈ। ਉਸ ਤੋਂ ਬਾਅਦ ਫਿਰ ਉਹ ਕੰਟੈਕਟ ਕਰਕੇ ਐਡਰੈਸ ਲੈ ਲੈਂਦੇ ਆ ਅਤੇ ਉਹ ਹੋਮ ਵਿਜ਼ਿਟ ਕਰਦੇ ਆ ਫਿਰ, ਠੀਕ ਹੈ। ਇੱਕ ਟਾਈਮ ਸੈੱਟ ਕਰ ਲੈਂਦੇ ਆ ਕਿ ਹੁਣ ਉਹ ਅਸੀਂ ਇਸ ਸਮੇਂ 'ਤੇ ਆਵਾਂਗੇ ਤੁਹਾਡੇ ਕੋਲ, ਹਾਂਜੀ, ਟਾਈਮ ਫਰੇਮ ਇੱਕ ਸੈੱਟ ਕਰ ਲੈਂਦੇ ਆ ਕਿ ਅਸੀਂ ਇਸ ਟਾਈਮ 'ਤੇ ਅਵੇਲੇਬਲ ਆ ਅਤੇ ਮਤਲਬ ਤੁਸੀਂ ਪਿਕ ਕਰ ਸਕਦੇ ਹੋ ਇਸ ਟਾਈਮ। ਪਿਕਅਪ ਦੀ ਆਪਸ਼ਨ ਵੀ ਈਜ਼ੀਲੀ ਮਿਲ ਜਾਂਦੀ ਹੈ, ਕਿਉਂਕਿ ਇਸ ਚੀਜ਼ ਦਾ ਨੁਕਸਾਨ ਗੁਰਪ੍ਰੀਤ ਇਹ ਆ ਨਾ ਜੀ ਕਿ ਮਤਲਬ ਜਿੱਦਾਂ ਆਪਾਂ ਹੁਣ ਪਹਿਲਾਂ ਕਰਦਾ ਸੀ ਕਿ ਤੁਸੀਂ ਕਿਸੇ ਸਪੈਸੀਫਿਕ ਜਿਹੜੀ ਸਾਈਟਸ ਆ ਜਿਹਨਾਂ ਤੋਂ ਤੁਸੀਂ ਔਨਲਾਈਨ ਸ਼ਾਪਿੰਗ ਕਰਦੇ ਆ, ਕਈ ਵਾਰੀ ਆਪਾਂ ਦੇਖੀਦਾ ਕਿ ਫੋਟੋ 'ਤੇ ਕੁਛ ਹੋਰ ਹੁੰਦਾ ਅਤੇ ਘਰ ਕੁਛ ਹੋਰ ਆ ਜਾਂਦਾ, ਅਤੇ ਤੁਹਾਨੂੰ ਦੇਖਣ ਨੂੰ ਚੀਜ਼ ਫੋਟੋ 'ਚ ਚੰਗੀ ਲੱਗਦੀ ਹੁੰਦੀ ਹੈ ਪਰ ਜਦੋਂ ਤੁਹਾਡੇ ਘਰ ਪਹੁੰਚਦੀ ਤੁਹਾਨੂੰ ਲੱਗਦਾ ਕਿ ਇਹ ਤਾਂ ਕੁਆਲਿਟੀ ਹੈ ਨਹੀਂ। ਸੋ ਇਹ ਬਹੁਤ ਵਧੀਆ ਤੁਸੀਂ ਗੱਲ ਦੱਸੀ ਹੈ ਵੀ ਜਿਹੜਾ ਪਿਕਅਪ ਦਾ ਉਹਨਾਂ ਨੇ ਆਪਸ਼ਨ ਰੱਖਿਆ ਕਿ ਤੁਸੀਂ ਆਓ, ਦੇਖੋ, ਜੇ ਤੁਹਾਨੂੰ ਵਧੀਆ ਲੱਗਦੀ ਠੀਕ ਹੈ ਤੁਸੀਂ ਖਰੀਦੋ, ਨਹੀਂ ਤਾਂ ਤੁਸੀਂ ਆਪਣੇ ਘਰੇ ਵਾਪਸ ਜਾਓ। ਹਾਂਜੀ, ਨਹੀਂ ਉਹ ਤੁਸੀਂ ਮਤਲਬ ਇੱਕ ਦੂਜੇ ਨਾਲ ਗੱਲ ਕਰਕੇ ਤੁਸੀਂ ਟਾਈਮ ਫਿਕਸ ਕਰ ਸਕਦੇ ਹੋ ਕਿ ਇਸ ਟਾਈਮ ਅਸੀਂ ਅਵੇਲੇਬਲ ਹਾਂ, ਠੀਕ ਹੈ। ਉਹ ਟਾਈਮ ਫਿਕਸ ਕਰਕੇ ਤੁਸੀਂ ਹੋਮ ਵਿਜ਼ਿਟ ਕਰ ਸਕਦੇ ਹੋ, ਤੁਸੀਂ ਆਪਣੀ ਚੈੱਕ ਕਰ ਸਕਦੇ ਹੋ, ਠੀਕ ਹੈ, ਜੋ ਵੀ ਤੁਸੀਂ ਬਾਈ ਕੀਤਾ ਆ, ਠੀਕ ਹੈ, ਉਹਦੀ ਕੁਆਲਿਟੀ, ਉਹਦਾ ਐਵਰੀਥਿੰਗ, ਫਿਰ ਤੁਸੀਂ ਉਹਨਾਂ ਨੂੰ ਪੇ ਕਰਨਾ ਆ ਅਤੇ ਫਿਰ ਤੁਸੀਂ ਲਾਈਕ ਇੱਦਾਂ ਵਰਕ ਕਰਦੀ ਹੈ ਇਹ ਚੀਜ਼, ਠੀਕ ਹੈ ਜੀ। ਸੋ ਇਹ ਸਿਰਫ ਸੂਟਾਂ ਦੇ ਨਾਲ ਹੀ ਜੁੜਿਆ ਹੋਇਆ ਜੀ ਇਹ ਵਾਲਾ ਜਿਹੜਾ ਉਹਨਾਂ ਦਾ ਕਾਰੋਬਾਰ ਆ, ਜਾਂ ਇਹਦੇ ਵਿੱਚ ਹੋਰ ਵੀ ਕਈ, ਮਤਲਬ ਮੈਂ ਕਹਿਣਾ ਚਾਹੁੰਦਾ ਕਿ ਹੋਰ ਵੀ ਕਈ ਕੁਛ ਉਹ ਵੇਚਦੇ ਆ?
ਹਾਂਜੀ, ਟ੍ਰੈਡੀਸ਼ਨਲ ਮਤਲਬ ਟ੍ਰੈਡੀਸ਼ਨਲ ਦੇ ਵਿੱਚ ਜਿੱਦਾਂ ਸਾਰਾ ਕੁਝ ਆ ਗਿਆ, ਸੂਟ ਹੋ ਗਏ ਆਪਣੀਆਂ, ਵੈਸਟਰਨ ਡਰੈਸਿਸ ਹੋ ਜੀ। ਗਈਆਂ, ਪੰਜਾਬੀ ਜੁੱਤੀਆਂ ਹੋ ਗਈਆਂ। ਅੱਛਾ ਜਾਂ ਫਿਰ ਜੀ। ਕਈਆਂ ਨੇ ਇਹ ਵੀ ਕੰਮ ਸ਼ੁਰੂ ਕੀਤਾ ਹੋਇਆ, ਜਿਵੇਂ ਆਪਾਂ ਭੰਗੜਾ ਡਰੈਸਿਸ ਦਾ। ਜੀ ਜੀ ਠੀਕ ਹੈ? ਜੀ ਭੰਗੜਾ ਡਰੈਸਿਸ ਨੂੰ ਉਹ ਰੈਂਟ ਤੇ ਦਿੰਦੇ ਆ, ਠੀਕ ਹੈ। ਜੀ। ਇਹ ਵੀ ਇੱਕ ਹੈਗਾ, ਕਿਉਂਕਿ ਭੰਗੜਾ ਡਰੈਸਿਸ ਵੀ ਨਾਰਮਲੀ ਸਾਨੂੰ ਇੱਥੇ ਰੈਂਟ ਤੇ ਜਾਂ ਅਗਰ ਅਸੀਂ ਬਾਈ ਕਰਨੀਆਂ ਉਹ ਸਾਨੂੰ ਨਹੀਂ ਮਿਲਦੀਆਂ, ਜੀ ਠੀਕ ਹੈ। ਜੀ ਜੀ ਤੇ ਉਹਦਾ ਕਈਆਂ ਨੇ ਆਪਣੇ ਪੰਜਾਬੀਆਂ ਨੇ ਉਹ ਉਹ ਬਿਜ਼ਨਸ business ਸ਼ੁਰੂ ਕਰਦੇ ਕੀਤੇ ਆ, ਹੋਏ। ਠੀਕ ਹੈ। ਹਾਂਜੀ 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 ਤੇ ਮਤਲਬ ਬਹੁਤ ਸਾਰੇ ਨੇ, ਜਿੱਦਾਂ ਜੀ, ਹੁਣ ਆਪਣਾ ਡਿਪੈਂਡ ਕਰਦਾ ਹੈ, ਠੀਕ ਹੈ। ਮਤਲਬ ਆਲਮੋਸਟ ਸਾਰਾ ਕੁਝ, ਆਪਾਂ ਕਹਿ ਸਕਦੇ ਹਾਂ ਆਲਮੋਸਟ ਸਾਰਾ ਕੁਝ ਤੁਸੀਂ ਇਹ ਕਹਿੰਦੇ ਕਿ ਪਹੁੰਚ ਹੀ ਗਿਆ ਇੱਥੇ ਜੋ ਵੀ ਹਾਂਜੀ, ਪੰਜਾਬ ਤੋਂ ਟ੍ਰੈਡੀਸ਼ਨਲ, ਜੀ ਮਤਲਬ ਜੀ ਜੀ ਟ੍ਰੈਡੀਸ਼ਨਲ ਟ੍ਰੈਡੀਸ਼ਨਲ ਦੇ ਹੁਣ ਵਿੱਚ ਜਿਹਨੇ ਇੱਕ ਵਾਰ ਸੂਟਾਂ ਦਾ ਕੰਮ ਸ਼ੁਰੂ ਕੀਤਾ, ਜੇ ਉਹਦਾ ਕੰਮ ਚੱਲ ਪੈਂਦਾ ਹੈ ਜੀ। ਤੇ ਉਹ ਕੀ ਕਰਦਾ ਹੈ, ਉਹ ਹੋਰ ਚੀਜ਼ਾਂ ਵੀ ਐਡ ਅਪ ਕਰਨੀਆਂ ਸ਼ੁਰੂ ਕਰ ਜੀ, ਦਿੰਦਾ ਜੀ, ਆਪਣੇ ਜੀ। ਬਿਜ਼ਨਸ ਦੇ ਵਿੱਚ। ਫੋਰ ਐਗਜ਼ਾਮਪਲ ਜੇ ਫੁਲਕਾਰੀਜ਼ ਆ ਗਈਆਂ, ਉਹਨੇ ਹੀ ਜੁਐਲਰੀ ਦਾ ਜੀ ਬਿਜ਼ਨਸ ਬਿਲਕੁਲ ਜੀ ਬਿਲਕੁਲ, ਕੋਈ ਵੀ ਬਿਜ਼ਨਸ ਹੈ ਉਹਦੇ ਵਿੱਚ ਜੇ ਕਿਸੇ ਨੂੰ ਫਾਇਦਾ ਹੁੰਦਾ ਤੇ ਹਾਂਜੀ, ਅਗਲਾ of ਉਸ course। ਚੀਜ਼ ਨੂੰ ਵਧਾਉਂਦਾ ਤਾਂ ਹੈ ਹੀ ਆ ਹਰੇਕ ਕੰਮ ਕਿਉਂਕਿ ਦਾ। ਇੱਥੇ ਬਾਹਰ ਕੰਮ ਕਰਨ ਜਾਣਾ, ਅਗਰ ਤੁਹਾਡੇ ਘਰ ਦੇ ਵਿੱਚ ਬੱਚੇ ਆ, ਠੀਕ ਹੈ, ਜੀ। ਬੱਚੇ ਹੋਣ ਦੇ ਨਾਲ ਤੁਸੀਂ ਘਰ ਅਗਰ ਫੀਮੇਲ ਬਾਹਰ ਕੰਮ ਕਰਨ ਜਾਂਦੀ ਆ ਨਾ, ਉਹਦੇ ਜੀ। ਲਈ ਬਹੁਤ ਮੁਸ਼ਕਿਲ ਆ ਬਿਲਕੁਲ, ਸਾਰਾ ਕੁਝ ਬਿਲਕੁਲ। ਮੈਨੇਜ ਕਰਨਾ। ਜੀ ਜੀ ਸੋ ਇਹ ਜੀ ਬਹੁਤ ਵਧੀਆ ਚੀਜ਼ ਆ ਕਿ ਅਗਰ ਤੁਹਾਡੇ ਕੋਲ, ਜਾਂ ਤਾਂ ਫਿਰ ਅਗਰ ਤੁਹਾਡੇ ਕੋਲ ਕੋਈ ਸਕਿੱਲ ਹੈਗਾ, ਜੀ। ਫੋਰ ਐਗਜ਼ਾਮਪਲ ਤੁਸੀਂ ਕੋਈ ਬਿਊਟੀਸ਼ੀਅਨ ਦਾ ਤੁਸੀਂ ਕੁਝ ਸਿੱਖਿਆ ਹੋਇਆ, ਜਾਂ ਜੀ। ਤੁਸੀਂ ਕੁਝ ਵੀ ਇੱਦਾਂ ਦਾ ਸਿੱਖਿਆ, ਤੁਸੀਂ ਆਪਣਾ ਘਰ ਸੈਲੂਨ ਖੋਲ੍ਹ ਸਕਦੇ ਹੋ। ਜੀ 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 ਮਤਲਬ ਪਹਿਲਾਂ ਜਿੱਦਾਂ ਸੁਣੀਦਾ ਸੀਗਾ ਜੀ ਬਈ ਜੇ ਕਿਸੇ ਨੇ ਬਾਹਰ ਆਉਣਾ ਆ, ਕਿਸੇ ਪੰਜਾਬੀ ਨੇ, ਤਾਂ ਉਹਦੇ ਰਿਸ਼ਤੇਦਾਰ ਉਹਨੂੰ ਕਹਿੰਦੇ ਹੁੰਦੇ ਸੀ ਵੀ ਤੂੰ ਕੋਈ ਆਪਣਾ ਹਾਂਜੀ। ਕੰਮ ਹੱਥੀਂ ਸਿੱਖ ਕੇ ਆਈ। ਕੋਈ ਹਾਂਜੀ, ਤੈਨੂੰ ਪਲੰਬਰ ਦਾ ਕੰਮ ਆਉਂਦਾ ਹੋਵੇ ਜਾਂ ਇਲੈਕਟ੍ਰੀਸ਼ੀਅਨ ਦਾ ਆਉਂਦਾ ਹਾਂਜੀ। ਹੋਵੇ ਜਾਂ ਤੈਨੂੰ ਪੇਂਟਰ ਦਾ ਆਉਂਦਾ ਹੋਵੇ। ਬਿਲਕੁਲ। ਸੋ ਇਹ ਅੱਜ ਕੱਲ੍ਹ ਸਾਡੀਆਂ ਜਿਹੜੀਆਂ ਫੀਮੇਲਸ ਹੈਗੀਆਂ ਉਹਨਾਂ 'ਤੇ ਵੀ ਚੀਜ਼ ਲਾਗੂ ਹੁੰਦੀ ਆ ਜੀ ਵੀ ਹਾਂਜੀ। ਤੁਸੀਂ ਜੇ ਬਾਹਰਲੇ ਦੇਸ਼ ਆਉਣਾ ਆ, ਵਿਆਹ ਕਰਵਾ ਕੇ ਆਉਣਾ ਆ, ਜਾਂ ਤੁਸੀਂ ਸਟੂਡੈਂਟ ਵੀ ਆਉਣਾ, ਕਿਉਂਕਿ ਸਟੂਡੈਂਟ ਤੋਂ ਬਾਅਦ ਤੁਹਾਡਾ ਵਰਕ ਪਰਮਿਟ ਲੱਗਣਾ ਤੇ ਤੁਸੀਂ ਕੰਮ ਤੇ ਕਰਨਾ ਹੀ ਆ। ਹਾਂਜੀ। ਸੋ ਇਹ ਚੀਜ਼ ਵਧੀਆ ਆ ਕਿ ਤੁਸੀਂ ਹੱਥੀਂ, ਜਾਂ ਤਾਂ ਜਿੱਦਾਂ ਤੁਸੀਂ ਦੱਸਿਆ ਕਿ ਬਿਊਟੀ ਪਾਰਲਰ ਦਾ ਕੰਮ ਆਉਂਦਾ ਹੋਵੇ, ਸਿਲਾਈ ਕਢਾਈ ਦਾ ਆਉਂਦਾ ਹੋਵੇ, ਸੂਟ ਹਾਂਜੀ, ਸਿਣੇ ਆਉਣ, ਹਾਂਜੀ। ਤੇ ਇਹਨਾਂ ਦਾ ਵੀ ਸਕੋਪ ਬਾਹਰਲੇ ਦੇਸ਼ਾਂ 'ਚ ਕਾਫੀ ਆ। ਹਾਂਜੀ, ਬਹੁਤ। ਨਹੀਂ, ਮੈਂ ਇੱਕ ਚੀਜ਼ ਐਡ ਕਰਨਾ ਚਾਹੁੰਦੀ ਹਾਂ, ਤੇ ਤੁਸੀਂ ਕਿਹਾ ਨਾ ਕਿ ਸੂਟ ਸੀਣੇ ਆਉਂਦੇ ਹੋਣੇ ਜੀ, ਚਾਹੀਦੇ ਆ, ਜੀ, ਇਹ ਜੀ। ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਓਕੇ। ਮੇਰੇ ਹਿਸਾਬ ਨਾਲ ਮੈਨੂੰ ਐਂ ਲੱਗਦਾ ਹੈ ਕਿ ਮੈਂ ਇੱਥੇ ਆ ਕੇ ਇਹ ਚੀਜ਼ ਫੀਲ ਕੀਤੀ ਆ ਕਿ ਤੁਸੀਂ ਲਾਈਕ ਜੇ ਤੁਹਾਨੂੰ ਸੂਟ ਸੀਣੇ ਆਉਂਦੇ ਆ ਨਾ, ਜੀ ਜੀ ਜੇ ਤੁਸੀਂ ਅਲਟਰੇਸ਼ਨ ਕਰ ਲੈਂਦੇ ਹੋ, ਤਾਂ ਮੈਂ ਕਹਿੰਦੀ ਉਹ ਤੁਸੀਂ ਤੁਹਾਡਾ ਬਹੁਤ ਵਧੀਆ ਪੈਸੇ business। ਕਮਾ ਸਕਦੇ ਹੋ। ਓਕੇ ਜੀ ਠੀਕ ਹੈ ਜੀ ਜੀ ਕਿਉਂਕਿ ਹੁਣ ਇੱਥੇ ਅਸੀਂ ਇਹ ਚੀਜ਼ ਫੀਲ ਕੀਤੀ ਆ ਕਿ ਬੰਦੇ ਨੂੰ ਜਦੋਂ ਅਲਟਰੇਸ਼ਨ ਕਰਵਾਉਣੀ ਹੁੰਦੀ ਆ, ਸਾਨੂੰ ਕੋਈ ਵੀ ਮਤਲਬ ਕੋਈ ਇੱਦਾਂ ਦਾ ਕੋਈ ਮਤਲਬ ਲੱਭਦਾ ਨਹੀਂ ਜਿੱਥੋਂ ਅਸੀਂ ਅਲਟਰੇਸ਼ਨ ਕਰਾਈਏ। ਜੀ, ਜੇ ਜੀ, ਜੀ। ਅਲਟਰੇਸ਼ਨ ਹੀ ਸਾਨੂੰ ਕੋਈ ਮਿਲ ਵੀ ਜਾਂਦਾ ਆ, ਤੇ ਜੀ। ਇੱਥੇ ਬਹੁਤ ਜ਼ਿਆਦਾ ਐਕਸਪੈਂਸਿਵ ਆ ਅਲਟਰੇਸ਼ਨ। ਜੀ 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 ਠੀਕ ਹੈ ਨਾ। ਹੁਣ ਇੱਥੇ ਜਿਹੜੇ ਸੂਟਸ ਮਤਲਬ ਸੈੱਲ ਕਰਦੇ ਆ, ਹਾਂਜੀ ਠੀਕ ਹੈ, ਉਹ ਮੇਨਲੀ ਕੀ ਹੁੰਦਾ ਆ, ਉਹ ਆਪਣੇ ਆਉਂਦੇ ਆ ਸਟਿਚਡ। ਜੀ ਸੀਤੇ ਸਿਲਾਏ ਆਉਂਦੇ ਆ ਸੀਤੇ ਸਿਲਾਏ ਆਉਂਦੇ ਜੀ। ਆ। ਕਿਉਂਕਿ ਜੇ ਆਪਾਂ ਇੱਥੇ ਅਨਸਟਿਚ ਸੂਟ ਜਿਹੜੇ ਆ ਬਹੁਤ ਘੱਟ ਮਿਲਦੇ ਆ, ਕਿਉਂਕਿ ਇੱਥੇ ਸਟਿਚਿੰਗ ਬਹੁਤ ਹੀ ਜ਼ਿਆਦਾ ਮਹਿੰਗੀ ਆ। ਜੀ ਜੀ ਇਸ ਕਰਕੇ ਜਿਹੜੇ ਸੈਲਰ ਹੈਗੇ ਆ, ਜਿਹਨਾਂ ਨੇ ਹੋਮ ਬੇਸਡ ਬਿਜ਼ਨਸ ਸ਼ੁਰੂ ਕੀਤੇ ਹੋਏ ਆ, ਉਹ ਜ਼ਿਆਦਾਤਰ ਕੀ ਆ ਪ੍ਰੈਫਰ ਕਰਦੇ ਆ ਕਿ ਅਸੀਂ ਇੰਡੀਆ ਤੋਂ ਹੀ ਸਟਿਚਡ ਮਤਲਬ ਸਾਰੇ ਸਾਈਜ਼ਸ ਦੇ ਵਿੱਚ ਮੰਗਵਾ ਕੇ ਰੱਖੀਏ। ਅੱਛਾ ਜੀ ਅੱਛਾ ਜੀ ਹਾਂਜੀ। ਜਿੱਦਾਂ ਮਤਲਬ ਅਸੀਂ ਪਹਿਲਾਂ ਟੀ-ਸ਼ਰਟ ਲੈਣੀ ਹੁੰਦੀ ਸੀ ਸਮਾਲ, ਮੀਡੀਅਮ, ਹਾਂਜੀ, ਲਾਰਜ, ਤੇ ਬਿਲਕੁਲ। ਸੂਟ ਵੀ ਹੁਣ ਹਰੇਕ ਸਾਈਜ਼ ਦੇ ਹਾਂਜੀ, ਵਿੱਚ size ਅਵੇਲੇਬਲ ਦੇ ਆਉਣ ਵਿੱਚ ਲੱਗ ਪਏ। ਜਿੱਦਾਂ ਹੁਣ ਹੋ ਗਿਆ ਆਪਣਾ 38 ਸਾਈਜ਼ ਜੀ, ਹੋ ਗਿਆ, ਜੀ, 40 ਜੀ, ਸਾਈਜ਼ ਹੋ ਜੀ, ਗਿਆ। ਉਹ ਫਿਰ ਕੀ ਹੈ, ਤੁਸੀਂ ਜਦੋਂ ਮਤਲਬ ਪਾ ਕੇ ਦੇਖਦੇ ਹੋ, ਤੁਹਾਨੂੰ ਥੋੜਾ ਬਹੁਤ ਜਿਹਾ ਖੁੱਲਾ ਲੱਗਦਾ ਹੈ ਜਾਂ ਤੁਹਾਨੂੰ ਟਾਈਟ ਲੱਗਦਾ, ਤੁਸੀਂ ਉਸ ਅਕੋਰਡਿੰਗ ਉਹਨੂੰ ਅਲਟਰ ਕਰਵਾ ਜੀ ਸਕਦੇ ਹੋ। ਜੀ ਜੀ ਠੀਕ ਹੈ। ਤੇ ਫਿਰ ਅਲਟਰੇਸ਼ਨ ਦਾ ਵੀ ਐਂ ਹੁੰਦਾ ਵੀ ਜਿਹਨੇ ਹੁਣ ਬਿਜ਼ਨਸ ਕੋਈ ਸੂਟਾਂ ਦਾ ਕਰ ਰਿਹਾ, ਉਹਦਾ ਕਿਸੇ ਇੱਦਾਂ ਦੇ ਬੰਦੇ ਨਾਲ ਟਾਈ ਅਪ ਹੁੰਦਾ ਜਿਹੜਾ ਅਲਟਰੇਸ਼ਨ ਕਰਦਾ। ਜੀ ਉਹ ਫਿਰ ਤੁਹਾਨੂੰ ਅਗਰ ਤੁਸੀਂ ਅਲਟਰੇਸ਼ਨ ਕਰਵਾਉਣੀ ਆ ਤਾਂ ਉਹ ਬੰਦਾ ਤਾਂ ਉਹ ਪਰਸਨ ਤੁਹਾਨੂੰ ਅੱਗੇ ਰੈਫਰ ਰੈਫਰ ਕਰ ਲੈਂਦਾ। ਜੀ ਕਿ ਜੀ ਇਹ ਜੀ ਬੰਦਾ ਬਿਲਕੁਲ ਤੁਹਾਨੂੰ ਅਲਟਰੇਸ਼ਨ ਕਰ ਦੇਗਾ। ਬਿਲਕੁਲ ਸੋ ਬਿਲਕੁਲ ਇਦਾਂ ਅੱਗੇ ਤੋਂ ਅੱਗੇ ਸਾਰੇ ਇੱਕ ਦੂਜੇ ਨਾਲ ਜੀ, ਕਨੈਕਟ ਜੀ, ਹੋਏ ਆ। ਜੀ, ਠੀਕ ਜੀ। ਹੈ, ਇਦਾਂ ਸਾਰਿਆਂ ਦੇ ਬਿਜ਼ਨਸ ਬਿਲਕੁਲ ਜੀ ਚੱਲ ਰਹੇ ਆ। ਬਿਲਕੁਲ। ਠੀਕ ਇਹਦਾ ਹੈ। ਐਗਜ਼ਾਮਪਲ ਆਪਾਂ ਦੇਖ ਸਕਦੇ ਵੀ ਜਿੱਦਾਂ ਕਿ ਇਹਨੇ ਘਰ ਬਣਾਉਣਾ ਹੋਵੇ, ਮਿਸਤਰੀ ਨੂੰ ਸੱਦਿਆ ਹੋਵੇ, ਅਗਲੇ ਕੋਲ ਸਾਰੇ ਹੁੰਦੇ ਆ ਵੀ ਹਾਂਜੀ। ਤੁਸੀਂ ਮੇਰੇ ਕੋਲ ਪਲੰਬਰ ਵੀ ਹੈਗਾ ਜੀ, ਮੇਰੇ ਕੋਲ ਇਲੈਕਟ੍ਰੀਸ਼ੀਅਨ ਵੀ ਹੈਗਾ, ਇੱਕ ਬੰਦੇ ਤੋਂ ਸਾਰੇ ਹਾਂਜੀ। ਕੰਮ ਅੱਗੇ ਜੁੜੇ ਹੋਏ ਆ। ਹਾਂਜੀ, ਸੋ ਮੈਂ ਇਹ ਚੀਜ਼ ਕਹਿਣਾ ਚਾਹੁੰਦੀ ਵੀ ਜਿੱਦਾਂ ਪਹਿਲਾਂ ਚੱਲਦਾ ਹੁੰਦਾ ਸੀ ਨਾ, ਚਲੋ ਅਸੀਂ ਵੀ ਇਹਨਾਂ ਚੀਜ਼ਾਂ ਵੱਲ ਘੱਟ ਧਿਆਨ ਦਿੱਤਾ ਕਿ ਜੀ। ਜਦੋਂ ਪੜ੍ਹਦੇ ਹੁੰਦੇ ਸੀ ਕਿ ਚਲੋ ਅਸੀਂ ਵੀ ਸਿਲਾਈ ਦਾ ਕੰਮ ਸਿੱਖ ਲਈਏ। ਜੀ ਠੀਕ ਹੈ। ਜੀ ਜਦੋਂ ਅਸੀਂ ਇਹ ਆਪਣੀ ਇੱਛਾ ਜ਼ਾਹਿਰ ਕਰਦੇ ਸੀ ਆਪਣੇ ਘਰਦਿਆਂ ਨੂੰ, ਸਾਡੇ ਘਰ ਦੇ ਕਹਿੰਦੇ ਸੀ ਲੈ ਇਹ ਕੰਮ ਕੀ ਕਰਨਾ, ਤੁਸੀਂ ਜੀ, ਆਪਣਾ ਜੀ, ਪੜ੍ਹੋ, ਜੀ, ਆਪਣੇ ਜੀ। ਪੜ੍ਹਨ ਵੱਲ ਧਿਆਨ ਦਿਓ। ਸੋ, ਇਹ ਜੀ, ਚੀਜ਼ਾਂ ਕੰਮ ਜੀ, ਨਹੀਂ ਆਉਣੀਆਂ। ਬਟ ਜੀ। ਮੇਰੇ ਹਿਸਾਬ ਨਾਲ ਮੈਨੂੰ ਇਹ ਲੱਗਦਾ ਕਿ ਇਹ ਚੀਜ਼ਾਂ ਕੰਮ ਚੀਜ਼ਾਂ ਆਉਂਦੀਆਂ ਬਹੁਤ ਨੇ। ਕੰਮ ਆਉਂਦੀਆਂ। ਜੀ, ਠੀਕ ਹੈ। ਜੀ, ਜੇ ਜੀ। ਅੱਜ ਨੂੰ ਸਾਨੂੰ ਇਹ ਚੀਜ਼ਾਂ ਆਉਂਦੀਆਂ ਹੁੰਦੀਆਂ ਜੀ ਤੇ ਸਾਡੇ ਜਿਹੜੇ ਸੂਟ ਅਸੀਂ 200 ਦਾ ਸੂਟ ਖਰੀਦਦੇ ਆ ਨਾ, ਜੀ ਤੇ ਉੱਪਰ ਜਿਹੜੇ ਸਿਰਫ ਸਾਡੇ $40 ਅਲਟਰੇਸ਼ਨ ਦੇ ਲੱਗਦੇ ਆ, ਉਹ ਅਸੀਂ ਬਚਾ ਸਕਦੇ ਹਾਂ। ਬਿਲਕੁਲ ਠੀਕ ਹੈ ਬਿਲਕੁਲ ਜੀ ਜੀ। ਬਿਲਕੁਲ ਜੀ ਇਹ ਮੇਰੇ ਕਹਿਣ ਦਾ ਜੀ ਹੈਗਾ। ਜੀ। ਹਾਂਜੀ। ਸੋ ਅਸੀਂ ਉਹੀ ਗੱਲ ਕਰ ਰਹੇ ਸੀਗੇ ਜੀ, ਜਿਹੜੇ ਪੰਜਾਬੀਆਂ ਨੇ ਬਿਜ਼ਨਸ ਪਬਲਿਸ਼ ਕੀਤੇ ਇੱਥੇ ਬਾਹਰਲੇ ਦੇਸ਼ ਵਿੱਚ ਆ ਕੇ, ਉਹ ਕਿਹੜੇ ਨੇ ਤੇ ਕਿਹੜਿਆਂ ਦੇ ਇਹਨਾਂ ਵਿੱਚ ਫਾਇਦਾ ਵੀ ਹੈ ਜਾਂ ਨਹੀਂ, ਜਾਂ ਦੇਖੋ ਦੇਖੀ ਸਾਰੇ ਇੱਕ ਦੂਸਰੇ ਪਿੱਛੇ ਲੱਗੇ ਹੋਏ ਆ। ਪਰ ਜਿਸ ਹਿਸਾਬ ਨਾਲ ਗੁਰਪ੍ਰੀਤ ਦੱਸਦੇ ਆ ਜੀ, ਇਹਨਾਂ ਵਿੱਚ ਕਾਫੀ ਫਾਇਦਾ ਆ। ਸੋ ਜਿਹੜੇ ਲੇਡੀਜ਼ ਆ ਜਿਨ੍ਹਾਂ ਨੇ ਬਾਹਰ ਆਉਣਾ ਆ, ਜਾਂ
ਜਿਹੜੇ ਬਾਹਰ ਆਉਣਾ ਚਾਹੁੰਦੇ ਆ, ਉਹ ਭਾਵੇਂ ਵਿਆਹ ਕਰਵਾ ਕੇ ਆਉਣਾ ਹੋਵੇ, ਭਾਵੇਂ ਸਟੂਡੈਂਟ ਨੇ ਆਉਣਾ ਹੋਵੇ, ਉਹ ਵੀ ਜਿੱਦਾਂ ਮੁੰਡੇ ਹੱਥੀਂ ਕੰਮ ਸਿੱਖ ਕੇ ਆਉਂਦੇ ਜੀ, ਉਸ ਤਰ੍ਹਾਂ ਕੁੜੀਆਂ ਨੂੰ ਵੀ ਇੱਥੇ ਕਾਫੀ ਉਹਨਾਂ ਦੇ ਸਕਿੱਲਸ ਕੰਮ ਆਉਂਦੇ ਆ। ਉਹ ਆ ਕੇ ਸੂਟ ਸੀ ਸਕਦੇ ਆ ਅਤੇ ਅਲਟਰੇਸ਼ਨ ਕਰ ਸਕਦੇ ਆ, ਬਿਊਟੀਸ਼ਨ ਦਾ ਸਿੱਖ ਸਕਦੇ ਆ। ਜਿੱਦਾਂ ਗੁਰਪ੍ਰੀਤ ਨੇ ਦੱਸਿਆ ਕਿ ਕਾਫੀ ਇਹਦੇ ਵਿੱਚ ਪੈਸੇ ਹੈਗੇ ਆ ਜੀ, ਇਹਦੇ ਵਿੱਚ ਤੁਸੀਂ ਕਿਸੇ ਹੋਰ ਜੋਬ ਨਾਲੋਂ ਜ਼ਿਆਦਾ ਕਮਾ ਸਕਦੇ ਆ। ਸੋ ਮੈਂ ਜੀ ਆਨਲਾਈਨ ਐਪਲੀਕੇਸ਼ਨਸ ਅਤੇ ਕਈ ਪਲੇਟਫਾਰਮ ਆ ਜਿੱਥੇ ਕਿ ਤੁਸੀਂ ਆਪਣਾ ਬਿਜ਼ਨਸ ਜਿਹੜਾ ਵੀ ਤੁਸੀਂ ਕਾਰੋਬਾਰ ਕਰਨਾ ਚਾਹੁੰਦੇ ਹੋ, ਜਾਂ ਤੁਹਾਡੇ ਕੋਲ ਕੋਈ ਸਕਿੱਲਸ ਆ ਜਿਨ੍ਹਾਂ ਨੂੰ ਤੁਸੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਕਿ ਹਾਂ ਮੇਰੇ ਕੋਲ ਇਹ ਸਕਿੱਲ ਹੈ, ਮੈਂ ਇਹ ਚੀਜ਼ ਕਰ ਸਕਦੀ ਹਾਂ, ਅਤੇ ਉਹਦੇ ਲਈ ਇੱਕ ਬਹੁਤ ਹੀ ਵਧੀਆ ਪਲੇਟਫਾਰਮਸ ਬਣੇ ਹੋਏ ਆ। ਤੁਸੀਂ ਉੱਥੇ ਆਪਣੀ ਐਡਵਰਟਾਈਜ਼ਮੈਂਟ ਕਰ ਸਕਦੇ ਹੋ, ਮਤਲਬ ਆਪਣੇ ਬਿਜ਼ਨਸ ਨੂੰ ਲੋਕਾਂ ਤੱਕ ਪਹੁੰਚਾ ਸਕਦੇ ਹੋ, ਦੱਸ ਸਕਦੇ ਹੋ ਕਿ ਹਾਂਜੀ ਅਸੀਂ ਮੰਨ ਲਓ ਜੇ ਤੁਹਾਨੂੰ ਸਟਿਚਿੰਗ ਆਉਂਦੀ ਆ, ਤੁਸੀਂ ਆਪਣਾ ਉਹਦੇ 'ਤੇ ਪਾ ਸਕਦੇ ਹੋ ਕਿ ਅਸੀਂ ਸਟਿਚਿੰਗ ਲਈ ਅਵੇਲੇਬਲ ਆ। ਅਗਰ ਤੁਸੀਂ ਕੁਛ ਵੀ ਸਟਿਚ ਕਰਵਾਉਣਾ ਆ, ਠੀਕ ਹੈ, ਜਾਂ ਤੁਸੀਂ ਕੋਈ ਅਲਟਰੇਸ਼ਨ ਕਰਵਾਉਣੀ ਆ, ਤੁਸੀਂ ਉਹਦੇ 'ਤੇ ਆਪਣਾ ਪਾ ਸਕਦੇ ਹੋ ਕਿ ਤੁਸੀਂ ਇੰਨੇ 'ਚ ਸਟਿਚਿੰਗ ਕਰਦੇ ਹੋ, ਤੁਸੀਂ ਇੰਨੇ 'ਚ ਅਲਟਰੇਸ਼ਨ ਲਈ ਅਵੇਲੇਬਲ ਹੋ, ਠੀਕ ਹੈ। ਤਾਂ ਕਿ ਫਿਰ ਲੋਕ ਕੀ ਕਰਦੇ ਆ ਕਿ ਲੋਕ ਤੁਹਾਨੂੰ ਫਿਰ ਅਪਰੋਚ ਕਰਦੇ ਆ ਉਸ ਚੀਜ਼ ਵਾਸਤੇ ਕਿ ਹਾਂ ਠੀਕ ਹੈ, ਫਿਰ ਤੁਹਾਡੇ ਵਿੱਚ ਡੀਲ ਹੁੰਦੀ ਹੈ ਕਿ ਠੀਕ ਹੈ, ਅਗਰ ਤੁਸੀਂ ਕੋਈ ਬਾਰਗੇਨਿੰਗ ਵੀ ਕਰਨੀ ਹੈ ਜਾਂ ਤੁਸੀਂ ਆਪਣਾ ਪ੍ਰਾਈਸ ਕੱਟ ਕਰਵਾਉਣਾ ਹੈ, ਠੀਕ ਹੈ, ਤੁਸੀਂ ਇੱਕ ਦੂਜੇ ਨਾਲ ਈਜ਼ੀਲੀ ਮਤਲਬ ਤੁਸੀਂ ਇੱਕ ਦੂਜੇ ਨੂੰ ਅਪਰੋਚ ਕਰ ਸਕਦੇ ਹੋ। ਮਤਲਬ ਪੰਜਾਬ ਵਾਲਾ ਹਿਸਾਬ ਹੀ ਹੈ ਜੀ, ਇੱਥੇ ਕੋਈ ਫਿਕਸ ਪ੍ਰਾਈਸ ਵਾਲਾ ਕੰਮ ਨਹੀਂ ਹੈਗਾ। ਨਹੀਂ, ਫਿਕਸ ਪ੍ਰਾਈਸ ਵਾਲਾ ਨਹੀਂ, ਪਰ ਪੰਜਾਬ 'ਚ ਆਪਣੇ ਇਹ ਚੀਜ਼ ਹੁੰਦੀ ਹੈ ਨਾ ਕਿ ਆਪਾਂ ਨੂੰ ਉੱਥੇ ਆਨਲਾਈਨ ਇੱਦਾਂ ਪਲੇਟਫਾਰਮ ਨਹੀਂ ਬਣੇ ਹੋਏ ਜਿੱਥੇ ਕਿ ਤੁਸੀਂ ਜੀ ਇਹ ਦੱਸੋ ਜੀ ਅਸੀਂ ਸਟਿਚਿੰਗ ਕਰਦੇ ਹਾਂ, ਜੀ ਠੀਕ ਹੈ। ਉੱਥੇ ਤਾਂ ਐਂ ਹੁੰਦਾ ਵੀ ਜੇ ਹਰੇਕ ਪਿੰਡ ਦੇ ਵਿੱਚ ਕੋਈ ਨਾ ਕੋਈ ਹੁੰਦਾ, ਇੱਕ ਦੂਜੇ ਨੂੰ ਆਪਾਂ ਦੱਸਦੇ ਹਾਂ, ਜਿੱਦਾਂ ਮਤਲਬ ਆਪਣੀਆਂ ਜਿੱਦਾਂ ਹੁਣ ਹੈਗੀਆਂ ਆ ਫੀਮੇਲਸ ਇੱਕ ਦੂਜੇ ਨਾਲ ਗੱਲ ਕਰਦੀਆਂ, ਤੂੰ ਕਿੱਥੋਂ ਸੂਟ ਸਵਾਇਆ, ਤੇਰੀ ਫਿਟਿੰਗ ਬੜੀ ਸੋਹਣੀ ਆਈ ਹੈ, ਠੀਕ ਹੈ। ਹੁਣ ਇੱਕ ਦੂਜੇ ਨੂੰ ਨਾਰਮਲੀ ਇਹ ਗੱਲਾਂ ਹੁੰਦੀਆਂ ਨੇ, ਹੈ ਨਾ, ਅਤੇ ਉਹ ਫਿਰ ਆਪਾਂ ਪੁੱਛਦੇ ਨਹੀਂ ਮੈਂ ਤਾਂ ਉਹ ਫਲਾਨੀ ਕੋ ਸਵਾਇਆ ਸੀ, ਠੀਕ ਹੈ। ਫਿਰ ਬੰਦਾ ਕਹਿੰਦਾ ਕਿ ਠੀਕ ਹੈ ਮੈਂ ਵੀ ਸਵਾ ਕੇ ਦੇਖਦਾ, ਸ਼ਾਇਦ ਮੈਨੂੰ ਵੀ ਫਿਟਿੰਗ ਪਸੰਦ ਆ ਜਾਵੇ, ਫਿਰ ਇੱਦਾਂ ਅੱਗੇ ਤੋਂ ਅੱਗੇ ਪਤਾ ਚੱਲਦਾ। ਪਰ ਇੱਥੇ ਕੀ ਹੈ, ਇੱਥੇ ਆਪਾਂ ਆਨਲਾਈਨ ਲੋਕਾਂ ਤੱਕ ਆਪਣੀ ਗੱਲ, ਆਪਣੇ ਬਿਜ਼ਨਸ ਨੂੰ ਪਹੁੰਚਾ ਸਕਦੇ ਹਾਂ ਆਪਾਂ, ਠੀਕ ਹੈ। ਅਤੇ ਇਸ ਤਰੀਕੇ ਦੇ ਨਾਲ ਲੋਕ ਤੁਹਾਨੂੰ ਅਪਰੋਚ ਕਰਦੇ ਆ, ਤੁਹਾਨੂੰ ਪੁੱਛਦੇ ਆ, ਅਤੇ ਇੱਦਾਂ ਮਤਲਬ ਬਹੁਤ ਵਧੀਆ ਚੀਜ਼ ਹੈ ਇਹ ਜੇ ਦੇਖਿਆ ਜਾਵੇ ਤਾਂ। ਹਾਂਜੀ, ਸੋ ਮਤਲਬ ਤੁਸੀਂ ਦੱਸਿਆ ਕਿ ਇਹਦੇ ਵਿੱਚ ਬੜਾ ਫਾਇਦਾ ਹੈ। ਬਿਲਕੁਲ ਜੀ। ਸੋ ਇਹਦੇ ਵਿੱਚ ਇੱਦਾਂ ਹੈ ਨਾ ਜੀ ਕਿ ਜਿੱਦਾਂ ਇਹਨਾਂ ਨੇ ਸੂਟਾਂ ਬਾਰੇ ਦੱਸਿਆ, ਜਿੱਦਾਂ ਪੰਜਾਬੀ ਪਹਿਰਾਵੇ ਬਾਰੇ ਦੱਸਿਆ, ਇੱਥੇ ਹੋਰ ਵੀ ਜਿਹੜੇ ਪੰਜਾਬੀ ਆ ਉਹਨਾਂ ਨੇ ਵੀ ਹੋਰ ਕਈ ਬਿਜ਼ਨਸ ਪਬਲਿਸ਼ ਕੀਤੇ ਆ ਜੀ ਆਪਣੇ, ਜਿੱਦਾਂ ਮੋਬਾਈਲ ਰਿਪੇਅਰਿੰਗ ਤੋਂ ਲੈ ਕੇ ਗੱਡੀਆਂ ਦੀ ਸਰਵਿਸ ਕਰਨ ਤੱਕ। ਇਹ ਪਹਿਲਾਂ ਗੋਰਿਆਂ ਦੇ ਵਿੱਚ ਰਿਵਾਜ਼ ਨਹੀਂ ਸੀਗਾ ਕਿ ਅਸੀਂ ਘਰ ਘਰ ਜਾ ਕੇ ਹਰੇਕ ਨੂੰ ਦੱਸ ਕੇ ਕਿ ਅਸੀਂ ਤੁਹਾਡੇ ਘਰਾਂ ਜੀ, ਉੱਦਾਂ ਨੂੰ ਮੋਬਾਈਲ ਸਰਵਿਸ ਕਹਿ ਦਿੰਦੇ ਆ ਜੀ, ਕਿ ਜਿਹੜਾ ਤੁਹਾਡੇ ਘਰ ਤੁਹਾਨੂੰ ਚੀਜ਼ ਮੁਹੱਈਆ ਹੋ ਜਾਂਦੀ ਹੈ। ਉਹਦੇ ਵਿੱਚ ਮੋਬਾਈਲ ਠੀਕ ਕਰਾਉਣਾ ਹੋਵੇ ਤਾਂ ਵੀ ਤੁਸੀਂ ਇੱਥੇ ਕਾਲ ਕਰੋ। ਪੰਜਾਬੀ ਆਪਣੇ ਭੈਣ ਭਰਾਵਾਂ ਨੇ ਕੀਤਾ ਕੰਮ ਸ਼ੁਰੂ, ਤੁਹਾਡੇ ਘਰ ਆ ਕੇ ਤੁਹਾਡਾ ਕੰਮ ਕਰਕੇ ਜਾਂਦੇ ਆ ਜੀ। ਕੋਈ ਵੀ ਚੀਜ਼ ਤੁਸੀਂ ਕਰਨੀ ਆ, ਆਲਮੋਸਟ 90% ਚੀਜ਼ਾਂ ਸਾਰੀਆਂ ਮੋਬਾਈਲ ਹੋ ਗਈਆਂ ਜੀ। ਹਰੇਕ ਚੀਜ਼ ਤੁਹਾਨੂੰ ਮੁਹੱਈਆ ਹੋ ਜਾਂਦੀ ਤੁਹਾਡੇ ਘਰੇ, ਤੁਹਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ। ਜੇਕਰ ਤੁਸੀਂ ਲੱਭ ਰਹੇ ਹੋ ਸਿਡਨੀ ਵਿੱਚ ਬੈਸਟ ਭੰਗੜਾ ਕਲਾਸਿਸ ਆਪਣੇ ਬੱਚਿਆਂ ਵਾਸਤੇ ਤਾਂ ਸੰਪਰਕ ਕਰੋ ਫੋਕ ਐਂਡ ਫੰਕ ਭੰਗੜਾ ਸਕੂਲ 0470 657 380। ਇੱਥੇ ਭੰਗੜਾ ਕੋਚਿੰਗ ਦੇ ਇਲਾਵਾ ਡਾਂਸ ਫਿਟਨੈਸ ਕਲਾਸਿਸ ਦੀ ਸੇਵਾਵਾਂ ਵੀ ਉਪਲਬਧ ਹਨ। ਨੰਬਰ ਫਿਰ ਨੋਟ ਕਰੋ ਜੀ 0470 657 380 0470 657 380। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਦੋ ਗੱਲਾਂ ਕਰੀਏ। ਸੋ ਬ੍ਰੇਕ ਤੋਂ ਬਾਅਦ ਅਸੀਂ ਹਾਜ਼ਰ ਹੋ ਗਏ ਹਾਂ ਜੀ। ਅੱਜ ਗੁਰਪ੍ਰੀਤ ਨਾਲ ਗੱਲ ਕਰ ਰਹੇ ਹਾਂ ਜੀ ਇੱਥੇ ਦੇ ਬਿਜ਼ਨਸਿਸ ਬਾਰੇ, ਕਿ ਕਿਹੜੇ ਬਿਜ਼ਨਸ ਇੱਥੇ ਜ਼ਿਆਦਾ ਪਬਲਿਸ਼ ਨੇ ਜਿਹੜੇ ਆਪਣੇ ਪੰਜਾਬੀ ਬੰਦਿਆਂ ਨੇ ਕੀਤੇ ਹੋਏ ਆ ਜੀ। ਸੋ ਸੂਟਾਂ ਦੀਆਂ ਗੱਲਾਂ ਚੱਲ ਰਹੀਆਂ ਸੀਗੀਆਂ ਜੀ, ਜਵੈਲਰੀ ਦੀਆਂ ਗੱਲਾਂ ਚੱਲ ਰਹੀਆਂ ਸੀ, ਹੋਰ ਜਿਹੜੇ ਕਿੱਤੇ ਇੱਥੇ ਮੋਬਾਈਲ ਸਰਵਿਸ ਜਿਹਨੂੰ ਕਹਿੰਦੇ ਆ ਜੀ, ਕਿ ਤੁਹਾਨੂੰ ਘਰੇ ਮੁਹੱਈਆ ਹੋ ਜਾਂਦੀ ਚੀਜ਼, ਉਹ ਭਾਵੇਂ ਤੁਸੀਂ ਗੱਡੀ ਠੀਕ ਕਰਾਉਣੀ ਹੋਵੇ ਜਾਂ ਕਿਸੇ ਕੁੜੀ ਨੇ ਵਿਆਹ ਦੇ ਲਈ ਤਿਆਰ ਹੋਣਾ ਹੋਵੇ ਜਾਂ ਤੁਹਾਨੂੰ ਸੂਟ ਚਾਹੀਦੇ ਹੁਣ ਤੁਸੀਂ ਮਹਿੰਦੀ ਲਵਾਉਣੀ ਹੋਵੇ, ਉਹ ਗੱਲਾਂ ਅਸੀਂ ਕਰ ਰਹੇ ਸੀ ਜੀ। ਸੋ ਮੈਂ ਦੁਬਾਰਾ ਗੁਰਪ੍ਰੀਤ ਜੀ ਨਾਲ ਗੱਲ ਕਰੂੰਗਾ ਜੀ ਕਿ ਇਸ ਚੀਜ਼ ਬਾਰੇ ਸਾਨੂੰ ਕੁਝ ਹੋਰ ਦੱਸੋ ਕਿ ਇਸ ਚੀਜ਼ ਦੇ ਵਿੱਚ ਹੋਰ ਕੀ ਚੀਜ਼ਾਂ ਧਿਆਨ ਦੇਣ ਵਾਲੀਆਂ ਕਿ ਜਿਹੜੇ ਬਿਜ਼ਨਸ ਇੱਥੇ ਸ਼ੁਰੂ ਹੁੰਦੇ ਆ ਉਹਨਾਂ ਦਾ ਲੈਵਲ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇੱਕੋ ਜਿਹਾ ਰਹਿੰਦਾ, ਕਿ ਮਤਲਬ ਹਰੇਕ ਬੰਦਾ ਸ਼ੁਰੂ ਕਰ ਲਵੇ ਕੰਮ ਤੇ ਉਹਦੇ ਲਈ ਫਾਇਦੇਮੰਦ ਹੀ ਰਹੂਗਾ, ਜਾਂ ਇਹਦੇ 'ਚ ਤੁਹਾਨੂੰ ਕਿਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਕਿ ਕਿਸ ਤਰ੍ਹਾਂ ਅਸੀਂ ਡੀਲ ਕਰਨੀ ਹੈ?
ਹਾਂਜੀ, ਬਹੁਤ ਚੀਜ਼ਾਂ ਦਾ ਨਾ ਧਿਆਨ ਰੱਖਣਾ ਪੈਂਦਾ ਜਦੋਂ ਆਪਾਂ ਕੋਈ ਵੀ ਕਾਰੋਬਾਰ ਸ਼ੁਰੂ ਕਰਦੇ ਹਾਂ। ਜੀ, ਖਾਸ ਕਰਕੇ ਜੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਹਾਂਜੀ ਬਿਲਕੁਲ, ਜੇ ਆਪਣਾ ਤੁਸੀਂ ਹੋਮ ਬੇਸਡ ਬਿਜ਼ਨਸ ਸ਼ੁਰੂ ਕਰ ਰਹੇ ਹੋ ਤੁਹਾਨੂੰ ਬਹੁਤ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ, ਜਿਵੇਂ ਕਿ ਤੁਸੀਂ ਕਸਟਮਰ ਨਾਲ ਕਿੱਦਾਂ ਡੀਲ ਕਰ ਰਹੇ ਹੋ, ਤੁਸੀਂ ਉਹਨੂੰ ਕਿੱਦਾਂ ਮਤਲਬ ਹਰ ਚੀਜ਼ ਬਾਰੇ ਪੁੱਛ ਰਹੇ ਹੋ, ਉਹਦੀ ਹਰ ਚੀਜ਼ ਦਾ ਧਿਆਨ ਰੱਖ ਰਹੇ ਹੋ ਵੀ ਕਸਟਮਰ ਨੂੰ ਕੀ ਚਾਹੀਦਾ, ਉਹਦੀ ਕੀ ਪ੍ਰੈਫਰੈਂਸ ਹੈ। ਹਾਂਜੀ, ਸੈਟੀਸਫੈਕਸ਼ਨ ਮਤਲਬ ਮੇਨ ਚੀਜ਼ ਇਹ ਹੁੰਦੀ ਹੈ ਨਾ। ਅਤੇ ਜਿੱਦਾਂ ਕਿ ਤੁਸੀਂ ਅਗਰ ਕੋਈ ਅਵੇਲੇਬਿਲਿਟੀ ਪੁੱਛ ਰਿਹਾ ਜੀ, ਠੀਕ ਹੈ, ਪਹਿਲੀ ਗੱਲ ਤਾਂ ਤੁਸੀਂ ਅਗਰ ਹੋਮ ਬੇਸ ਬਿਜ਼ਨਸ ਵੀ ਕਰ ਰਹੇ ਹੋ ਨਾ ਤੇ ਤੁਹਾਨੂੰ ਆਪਣੇ ਪੂਰੇ ਐਫਰਟਸ ਪਾਉਣੇ ਪੈਣਗੇ। ਠੀਕ ਹੈ, ਇਹ ਨਹੀਂ ਹੈ ਕਿ ਅਗਰ ਤੁਹਾਨੂੰ ਕੋਈ ਬੰਦਾ ਪੁੱਛ ਰਿਹਾ ਤਾਂ ਉਹਨੇ ਤੁਹਾਨੂੰ 2-3 ਵਾਰੀ ਪੁੱਛ ਰਿਹਾ ਕਿ ਆਰ ਯੂ ਅਵੇਲੇਬਲ ਫॉर ਦਿਸ ਟਾਈਮ, ਤੇ ਤੁਸੀਂ ਹਰ ਵਾਰ ਮਨਾ ਕਰ ਦੋ ਕਿ ਨਹੀਂ। ਕਸਟਮਰ ਪਹਿਲਾਂ ਜੀ, ਗਾਹਕ ਪਹਿਲਾਂ, ਗਾਹਕ ਤੁਹਾਨੂੰ ਪਤਾ ਨਹੀਂ ਕਿਹੜੇ ਵੇਲੇ ਗਾਹਕ ਨਹੀਂ ਆ ਜਾਣਾ। ਹਾਂਜੀ, ਜੇ ਤੁਸੀਂ ਉਹਨੂੰ 2 ਜਾਂ 3 ਵਾਰ ਮਨਾ ਕਰੋਗੇ ਤੇ ਫਿਰ ਉਹ ਸੋਚੇਗਾ ਕਿ ਨਹੀਂ, ਠੀਕ ਹੈ, ਮੈਂ ਕਿਸੇ ਦੂਸਰੇ ਕੋ ਅਵੇਲੇਬਲ ਨਹੀਂ ਹੈਗਾ, ਮੈਂ ਕਿਸੇ ਹੋਰ ਕੋ ਜਾ ਕੇ ਵੀ ਮੈਂ ਇਹ ਚੀਜ਼ ਬਾਏ ਕਰ ਸਕਦਾ ਹਾਂ। ਠੀਕ ਹੈ ਨਹੀਂ, ਇਹ ਟਾਈਮ ਦੇਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਤੁਸੀਂ ਟਾਈਮ ਦਓਗੇ, ਹੁਣ ਦੇਖੋ ਟਾਈਮ ਦੇਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਜਿੱਦਾਂ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਇਹ ਚੀਜ਼ ਦੱਸ ਚੁੱਕੀ ਹਾਂ ਕਿ ਜਿਹੜੇ ਹੈਗੇ ਤਾਂ ਇਹ ਆਨਲਾਈਨ ਬਿਜ਼ਨਸ ਆ। ਠੀਕ ਹੈ, ਆਨਲਾਈਨ ਬਿਜ਼ਨਸ ਦੇ ਵਿੱਚ ਮੇਨ ਚੀਜ਼ ਇਹ ਹੁੰਦੀ ਆ ਕਿ ਤੁਸੀਂ ਜਿਹੜੇ ਪੇਜਸ ਬਣਾਏ ਆ ਆਪਣੇ ਪਲੇਟਫਾਰਮ ਤੇ, ਜਿਹਦੇ ਥਰੂ ਤੁਸੀਂ ਐਡਵਰਟਾਈਜ਼ਮੈਂਟ ਕਰ ਰਹੇ ਹੋ ਜਾਂ ਆਪਣੇ ਜਿੰਨੇ ਵੀ ਜੋ ਵੀ ਤੁਹਾਡੇ ਪ੍ਰੋਡਕਟਸ ਹੈਗੇ ਜਿਹਦਾ ਤੁਸੀਂ ਬਿਜ਼ਨਸ ਕਰ ਰਹੇ ਹੋ, ਠੀਕ ਹੈ, ਉਹ ਤੁਸੀਂ ਉਹਨਾਂ 'ਤੇ ਤੁਸੀਂ ਉਹਦੀਆਂ ਫੋਟੋਜ਼ ਪਾ ਰਹੇ ਹੋ ਜਾਂ ਵੀਡੀਓਜ਼ ਪਾ ਰਹੇ ਹੋ, ਉਹ ਤੁਹਾਨੂੰ ਡੇਲੀ ਅਪਡੇਟ ਕਰਨਾ ਪੈਂਦਾ। ਠੀਕ ਹੈ, ਜੇ ਤੁਸੀਂ ਉਹਨੂੰ ਅਪਡੇਟ ਨਹੀਂ ਕਰਦੇ ਤੇ ਜਿਹੜੇ ਸਾਡੇ ਕਸਟਮਰ ਆ ਉਹਨਾਂ ਨੂੰ ਜੇ ਤੁਹਾਨੂੰ ਡੇਲੀ ਕੋਈ ਨਾ ਕੋਈ ਚੀਜ਼ ਦੇਖਣ ਨੂੰ ਨਹੀਂ ਮਿਲਦੀ, ਬਿਲਕੁਲ ਦੁਕਾਨ ਹੈ ਜੀ ਤੁਹਾਡੀ ਇੱਕ ਆਨਲਾਈਨ, ਤੁਹਾਨੂੰ ਰੋਜ਼ ਦੁਕਾਨ ਖੋਲ੍ਹਣੀ ਪੈਣੀ ਹੈ। ਠੀਕ ਹੈ, ਤੇ ਫਿਰ ਕਸਟਮਰ ਕੀ ਆ, ਉਹ ਡਿਸਕਨੈਕਟ ਹੋ ਜਾਂਦੇ ਆ। ਠੀਕ ਹੈ, ਜੇ ਆਪਾਂ ਡੇਲੀ ਕੁਛ ਨਾ ਕੁਛ ਪਾਉਂਦੇ ਆ ਤਾਂ ਉਹਨਾਂ ਦੇ ਸਾਹਮਣੇ ਜਦੋਂ ਡੇਲੀ ਸਾਡਾ ਪੇਜ ਸ਼ੋ ਹੁੰਦਾ ਆ, ਸਾਡੀ ਡੇਲੀ ਨਵਾਂ ਤੋਂ ਨਵਾਂ ਕੋਈ ਪ੍ਰੋਡਕਟ, ਆਪਾਂ ਨਵੀਂ ਕੋਈ ਡਿਜ਼ਾਈਨ ਲੈ ਕੇ ਆਏ ਆ, ਅਪਡੇਟ ਰਹਿਣਾ ਚਾਹੀਦਾ, ਅਪਡੇਟ ਹੈ ਨਾ, ਮਤਲਬ ਤੁਸੀਂ ਅਪਡੇਟ ਕਰਦੇ ਹੋ ਤੇ ਮਤਲਬ ਅਗਲੇ ਬੰਦੇ ਨੂੰ ਇਹ ਹੁੰਦਾ ਕਿ ਹਾਂ ਇਹ ਇਹਨਾਂ ਦੇ ਕੋਲ ਬਹੁਤ ਵੈਰਾਈਟੀ ਆ। ਠੀਕ ਹੈ, ਇਹ ਸਾਨੂੰ ਅਪਡੇਟ ਕਰਦੇ ਆ ਡੇਲੀ। ਠੀਕ ਹੈ, ਤੇ ਇਹ ਚੀਜ਼ਾਂ ਬਹੁਤ ਜ਼ਿਆਦਾ ਮਾਇਨੇ ਰੱਖਦੀਆਂ। ਠੀਕ ਹੈ, ਤੇ ਇਹ ਹੁੰਦਾ। ਠੀਕ ਹੈ, ਬਾਕੀ ਇਹਨਾਂ ਚੀਜ਼ਾਂ ਲਈ ਟਾਈਮ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਆ। ਤੇ ਅਗਲਾ ਜੇ ਤੁਹਾਨੂੰ ਅਵੇਲੇਬਿਲਿਟੀ ਪੁੱਛਦਾ ਆ ਤਾਂ ਤੁਸੀਂ ਅਗਲੇ ਨੂੰ ਅਵੇਲੇਬਿਲਿਟੀ ਆਪਣੀ ਜਿੰਨੀ ਜਲਦੀ ਹੋ ਸਕਦਾ ਤੁਸੀਂ ਦਿੰਦੇ ਹੋ। ਅਗਲਾ ਤੁਹਾਡੇ ਘਰ ਆਉਂਦਾ ਆ, ਠੀਕ ਹੈ, ਚੀਜ਼ ਦੇਖਦਾ, ਤੁਸੀਂ ਉਹਨੂੰ ਕਿੱਦਾਂ ਡੀਲ ਕਰੋ, ਤੁਹਾਡਾ ਬੋਲਣ ਦਾ ਕੀ ਸਲੀਕਾ ਆ। ਬਿਲਕੁਲ ਜੀ, ਨਾਲੇ ਜਿਹੜਾ ਕਸਟਮਰ ਆ ਉਹ ਤੁਹਾਨੂੰ ਪਤਾ ਵੀ ਹਰੇਕ ਵਾਰੀ ਇੱਕੋ ਜਿਹਾ ਨਹੀਂ ਆਉਣਾ। ਕਈ 10 ਸੂਟ ਲੈਣ ਵਾਲੇ ਹੁੰਦੇ ਆ ਤੇ ਕਈ ਹੁੰਦੇ ਆ ਵੀ 100 ਦੇਖ ਲੈਣਾ ਤੇ ਉਹਦੇ ਵਿੱਚੋਂ ਲੈਣਾ ਇੱਕ ਵੀ ਨਹੀਂ। ਸੋ ਤੁਹਾਨੂੰ ਆਪਣਾ ਜਿਹੜਾ ਤੁਹਾਨੂੰ ਲੈਵਲ ਆ ਤੁਹਾਡੀ ਸੋਚ ਦਾ, ਤੁਹਾਡੀ ਪੇਸ਼ੈਂਸ ਲੈਵਲ ਆ ਜਿਹੜਾ, ਉਹ ਤੁਹਾਨੂੰ ਮੇਨਟੇਨ ਰੱਖਣਾ ਪੈਣਾ। ਬਿਲਕੁਲ ਹਾਂਜੀ। ਤੇ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹੁੰਦੀ ਹਾਂ, ਉਹ ਮੇਰੇ ਐਕਸਪੀਰੀਅੰਸ 'ਚ ਆ। ਮੈਂ ਕਹਿਣਾ ਚਾਹੁੰਦੀ ਵੀ ਜੇ ਤੁਸੀਂ ਸੂਟ ਲੈਣ ਜਾਂਦੇ ਹੋ ਨਾ ਇੱਥੇ ਆਪਣੀਆਂ ਹੁਣ ਜਿਹੜੀਆਂ ਪੰਜਾਬਣਾਂ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਹੋਇਆ, ਉਹਨਾਂ ਦੇ ਇਹ ਹਿਸਾਬ ਆ ਵੀ ਜਿਹਨੇ ਤਾਂ ਲੈਣਾ 1-2 ਸੂਟ, ਉਹਦੇ ਨਾਲ ਤਾਂ ਉਹ ਬੋਲਦੀਆਂ ਮਤਲਬ ਥੋੜੇ ਹੋਰ ਹਿਸਾਬ ਨਾਲ, ਜਿਹਨੇ ਤਾਂ ਲੈਣੇ ਇਕੱਠੇ 10 ਸੂਟ, ਉਹਨਾਂ ਦੇ ਨਾਲ ਬੋਲਣ ਦਾ ਉਹਦਾ ਤਰੀਕਾ ਹੁੰਦਾ ਅਲੱਗ। ਠੀਕ ਹੈ, ਕਿਉਂਕਿ ਉਹਨੂੰ ਪਤਾ ਚੀਜ਼ ਤੁਸੀਂ ਕਹਿੰਦੇ ਕਿ ਨਹੀਂ ਹੋਣੀ ਚਾਹੀਦੀ। ਬਿਲਕੁਲ, ਕਿਉਂਕਿ ਜਿਹਨੇ ਆਪਣੇ ਮਤਲਬ ਕਹਿ ਲਓ ਵੀ ਪੈਸੇ ਦੇ ਹਿਸਾਬ ਨਾਲ ਜਿਹੜੀ ਚੀਜ਼ ਲੈਣੀ ਆ, ਹੁਣ ਕਿਸੇ ਨੂੰ ਜੇਬ ਦੇਖ ਕੇ, ਤੇ ਦੂਜੀ ਗੱਲ ਇਹ ਆ ਜਿਹਨੂੰ ਆਪਣੀ ਜ਼ਰੂਰਤ ਦੇ ਹਿਸਾਬ ਨਾਲ। ਹੁਣ ਕਿਸੇ ਨੇ ਲੈਣੀ ਆ, ਠੀਕ ਹੈ, ਕੋਈ ਫੰਕਸ਼ਨ ਅਟੈਂਡ ਕਰਨਾ, ਉਹਨੇ 2 ਸੂਟ ਹੀ ਲੈਣੇ। ਹੁਣ ਕਈਆਂ ਦੇ ਇਹ ਹੁੰਦਾ ਵੀ ਕਈਆਂ ਦੇ ਆਪਣੇ ਘਰ ਦਾ ਵਿਆਹ ਆ ਜਾਂ ਆਪਣਾ ਖੁਦ ਦਾ ਵਿਆਹ ਆ, ਅਫਕੋਰਸ ਉਹਨੇ 10 ਸੂਟ ਖਰੀਦਣੇ ਆ। ਠੀਕ ਹੈ ਨਾ, ਤੇ ਉਹ ਇਹ ਹੁੰਦਾ ਕਿ ਇਹ ਹੈ ਕਿ ਵੀ ਅਗਲੇ ਬੰਦੇ ਤੇ ਗੱਲ ਕਰਨ ਦਾ ਤਰੀਕਾ ਬਦਲ ਜਾਂਦਾ। ਠੀਕ ਹੈ, ਉਹਨੂੰ ਤਾਂ ਬਹੁਤ ਜ਼ਿਆਦਾ ਖੁਸ਼ ਤਰੀਕੇ ਨਾਲ ਬੁਲਾਉਣਗੀਆਂ ਵੀ ਹਾਂ ਜੀ ਇਹਨੇ ਤਾਂ ਸਾਡੇ ਤੋਂ 10 ਸੂਟ ਖਰੀਦੇ ਆ ਨਾ, ਤੇ ਜਿਹਨੇ 2 ਖਰੀਦੇ ਆ ਤੇ ਉਹਨੂੰ ਤਾਂ ਫਿਰ ਕਹਿਣਾ ਵੀ ਹਾਂ ਇਹ ਬੰਦਾ ਤਾਂ ਨਾ ਹੀ ਆਵੇ ਤਾਂ ਚੰਗਾ। ਇਹ ਬਿਲਕੁਲ ਬਹੁਤ ਸੋਹਣੀ ਗੱਲ ਕੀਤੀ ਤੁਸੀਂ ਜੀ, ਕਿ ਜਿਹੜਾ ਕਿ ਗਾਹਕ ਦੇਖ ਕੇ ਤੁਸੀਂ ਆਪਣੀ ਟੋਨ ਨੂੰ, ਬੋਲਣ ਦੀ ਟੋਨ ਨੂੰ ਰੱਖਣਾ ਕਿ ਕਿੱਦਾਂ। ਸੋ ਸਾਨੂੰ ਤੁਸੀਂ ਇਹ ਕਹਿੰਦੇ ਕਿ ਸਾਨੂੰ ਇਕੁਅਲ ਲੈਵਲ ਤੇ ਰਹਿਣਾ ਚਾਹੀਦਾ, ਚਾਹੇ ਕੋਈ $10 ਦੀ ਚੀਜ਼ ਲੈਣ ਆਇਆ ਤੇ ਜਾਂ ਭਾਵੇਂ ਕੋਈ $200 ਦੀ ਚੀਜ਼ ਲੈਣ ਆਇਆ। ਤੁਹਾਨੂੰ ਆਪਣਾ ਜਿਹੜਾ ਤੁਹਾਡਾ ਫਰਜ਼ ਆ, ਤੁਹਾਡਾ ਬੋਲ ਬਾਣੀ ਆ, ਤੁਹਾਡੀ ਦੁਕਾਨ ਆ, ਤੁਸੀਂ ਚੀਜ਼ ਵੇਚਣੀ ਆ, ਸੋ ਤੁਹਾਡਾ ਪੇਸ਼ੈਂਸ ਲੈਵਲ ਬਿਲਕੁਲ ਇੱਕੋ ਜਿਹਾ ਰਹਿਣਾ ਚਾਹੀਦਾ। ਬਿਲਕੁਲ। ਦੇਖੋ ਜੀ, ਜਦੋਂ ਕਾਰੋਬਾਰ ਕਰਨਾ ਨਾ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ। ਸਿਰਫ ਤੁਸੀਂ ਇੱਕ ਕਾਰੋਬਾਰ ਸ਼ੁਰੂ ਕਰ ਲਿਆ ਤੇ ਤੁਸੀਂ ਚੀਜ਼ਾਂ ਵੇਚਣੀਆਂ ਸ਼ੁਰੂ ਕਰਤੀਆਂ ਤੇ ਇਹਦਾ ਮਤਲਬ ਇਹ ਨਹੀਂ ਕਿ ਤੁਹਾਡਾ ਕਾਰੋਬਾਰ ਚੱਲ ਪਿਆ। ਕਾਰੋਬਾਰ ਚੱਲਦਾ ਤੁਹਾਡੇ ਤਰੀਕੇ ਤੇ ਤੁਸੀਂ ਕਿੱਦਾਂ ਆਪਣੇ ਜਿਹੜੇ ਕਸਟਮਰ ਆ ਉਹਨਾਂ ਨੂੰ ਕਿੱਦਾਂ ਡੀਲ ਕਰਦੇ ਹੋ। ਠੀਕ ਹੈ, ਕਿੱਦਾਂ ਤੁਸੀਂ ਉਹਨਾਂ ਨੂੰ ਸੈਟੀਸਫਾਈ ਕਰਦੇ ਹੋ, ਜਾਂ ਇਹ ਚੀਜ਼ਾਂ ਬਹੁਤ ਜ਼ਿਆਦਾ ਧਿਆਨ ਰੱਖਣੀਆਂ ਪੈਂਦੀਆਂ। ਹੁਣ ਕਈ ਕੀ ਕਰਦੇ, ਕਈ ਜਿੱਦਾਂ ਸ਼ੁਰੂ ਕਰਦੇ ਆ, ਸ਼ੁਰੂਆਤ ਦੇ ਵਿੱਚ ਮਤਲਬ ਉਹ ਆਪਣੇ ਜਿੱਦਾਂ ਮੈਂ ਇਹ ਚੀਜ਼ ਕਹਿਣਾ ਚਾਹੁੰਦੀ ਹਾਂ ਵੀ ਸ਼ੁਰੂਆਤ ਜਿਹੜੀ ਆ ਤੁਸੀਂ ਭਾਵੇਂ ਥੋੜ੍ਹੇ ਤੋਂ ਸ਼ੁਰੂ ਕਰੋ। ਠੀਕ ਹੈ, ਤੁਸੀਂ ਘੱਟ ਰੇਟ ਰੱਖ ਕੇ ਪਹਿਲਾਂ ਆਪਣੇ ਕਸਟਮਰ ਬਣਾਉਣੇ ਸ਼ੁਰੂ ਕਰੋ।
ਜੀ ਜੀ ਪਰ ਕਈ ਬੀਬੀਆਂ ਕੀ ਕਰਦੀਆਂ ਨੇ ਸ਼ੁਰੂ ਦੇ ਵਿੱਚ ਹੀ ਮਤਲਬ ਜੇ ਹਜੇ ਬਿਜ਼ਨਸ ਸ਼ੁਰੂ ਹੀ ਹੋਇਆ, ਕਸਟਮਰ ਜੀ। ਤੋਂ ਪਹਿਲੀ ਵਾਰ ਆਇਆ, ਤੁਸੀਂ ਪਹਿਲੀ ਵਾਰ $400 ਦਾ ਸੂਟ ਦੇ ਦਿਓ ਬਿਲਕੁਲ ਤੇ ਬਿਲਕੁਲ ਉਹ ਵਾਪਸ ਤੁਹਾਡੇ ਕੋਲ ਮੁੜ ਕੇ ਨਹੀਂ ਆਏਗਾ ਬੰਦਾ। ਜੀ 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 ਬਿਲਕੁਲ। ਠੀਕ ਹੈ ਜ਼ਿਆਦਾ ਜੀ। ਜ਼ਿਆਦਾ ਗੁਰਪ੍ਰੀਤ ਜੀ ਇੱਥੇ ਰਿਟਰਨ ਦੀ ਸਮੱਸਿਆ ਆਉਂਦੀ ਆ ਕਿ ਤੁਸੀਂ ਕੋਈ ਚੀਜ਼ ਲੈ ਲਈ, ਉਹ ਤੁਹਾਨੂੰ ਨਹੀਂ ਪਸੰਦ ਆਈ, ਤੁਸੀਂ ਉਹਨੂੰ ਰਿਟਰਨ ਕਰਨ ਚਲੇ ਗਏ। ਸੋ ਉਹਦੇ ਵਿੱਚ ਰਵੱਈਆ ਜਿਹੜਾ ਉਹ ਵੀ ਤੁਹਾਨੂੰ ਪਹਿਲਾਂ ਵਾਲਾ ਹੀ ਰੱਖਣਾ ਚਾਹੀਦਾ। ਹਾਂਜੀ ਸੋ ਨਹੀਂ ਦੇਖੋ ਜੀ ਇੱਦਾਂ ਆ ਵੀ ਇਹ ਚੀਜ਼ ਤਾਂ ਆਪਣੇ ਇੰਡੀਆ ਦੇ ਵਿੱਚ ਵੀ ਸੀ, ਜੀ ਠੀਕ ਆ ਨਾ, ਜੀ। ਆਪਾਂ ਉੱਥੇ ਹੀ ਰਹਿ ਕੇ ਆਏ ਆ। ਜੀ। ਸੋ ਉੱਥੇ ਵੀ ਇਹੀ ਚੀਜ਼ ਹੁੰਦੀ ਸੀ, ਜਦੋਂ ਤਾਂ ਆਪਾਂ ਪਹਿਲੀ ਵਾਰ 'ਚ ਕੋਈ ਚੀਜ਼ ਲੈਣ ਜਾਂਦੇ ਆ ਨਾ, ਜਦੋਂ ਜੀ। ਅਸੀਂ ਖਰੀਦਣੀ ਆ ਚੀਜ਼ ਜੀ। ਪਹਿਲੀ ਵਾਰ 'ਚ, ਉਦੋਂ ਤਾਂ ਜਿਹੜਾ ਦੁਕਾਨ ਵਾਲਾ ਹੈਗਾ, ਜਿਹੜਾ ਜੀ। ਵੀ ਚੀਜ਼ ਵੇਚਣ ਵਾਲਾ ਆ, ਉਹ ਜੀ। ਤੁਹਾਡੇ ਨਾਲ ਬਹੁਤ ਵਧੀਆ ਸਲੀਕੇ ਨਾਲ ਗੱਲ ਜੀ, ਕਰਦਾ। ਜੀ, ਪਰ ਜੀ। ਜਦੋਂ ਤੁਸੀਂ ਉਹੀ ਚੀਜ਼ ਵਾਪਸ ਕਰਨ ਜਾਂਦੇ ਹੋ, ਤੁਸੀਂ ਕਹਿੰਦੇ ਹੋ ਵੀ ਅਸੀਂ ਇਹ ਵਾਪਸ ਕਰਕੇ ਅਸੀਂ ਦੂਸਰੀ ਲੈਣੀ ਆ, ਸਾਨੂੰ ਜੀ। ਇਹ ਪਸੰਦ ਨਹੀਂ ਆਈ, ਜੀ। ਤੇ ਉਹਦਾ ਰਵੱਈਆ ਕੁਝ ਹੋਰ ਹੁੰਦਾ। ਜੀ ਮਤਲਬ ਤੁਹਾਨੂੰ ਲੱਗਦਾ ਨਹੀਂ ਕਿ ਇਹ ਬੰਦਾ ਉਹੀ ਸੀ? ਨਹੀਂ, ਹਾਂਜੀ ਜੀ, ਉਦੋਂ ਜੀ। ਮਤਲਬ ਉਹ ਬੰਦਾ ਨਾ ਉਹ ਕਹਿ ਲਓ ਵੀ ਖੁਸ਼ ਹੋ ਕੇ ਤੁਹਾਨੂੰ ਚੀਜ਼ ਨਹੀਂ ਜੀ, ਦਿਖਾਊਗਾ, ਜੀ, ਉਹ ਬਿਲਕੁਲ, ਫਿਰ ਬਿਲਕੁਲ। ਉਹਨੂੰ ਅੰਦਰੋਂ ਇਹ ਹੋਊਗਾ ਵੀ ਹਾਂ ਇਹਨੇ ਕਿਹੜਾ ਮੈਨੂੰ ਹੁਣ ਪੈਸੇ ਜੀ, ਦੇਣੇ, ਮੈਂ ਜੀ, ਟਾਈਮ ਜੀ, ਕਿਉਂ ਜੀ, ਖਰਾਬ ਕਰਾਂ ਜੀ। ਤੇ ਦੁਬਾਰਾ ਸੋ ਪੈਸੇ ਦੇ ਇਹਨੂੰ ਨਾਲ ਹੀ ਚੀਜ਼ਾਂ ਖੁਸ਼ੀਆਂ ਦਿਖਾ ਹੈ ਜੀ, ਕੇ। ਬਿਲਕੁਲ ਹਾਂਜੀ। ਬਿਲਕੁਲ ਪੈਸੇ ਦੇ ਨਾਲ ਮਤਲਬ ਹਾਂ। ਜੀ ਜੇ ਤਾਂ ਕਿਸੇ ਨੇ 4 ਪੈਸੇ ਵਟਾਉਣੇ ਆ ਹਾਂਜੀ, ਤੇ ਹਾਂਜੀ, ਉਹਦੇ ਨਾਲ ਬਿਲਕੁਲ। ਖੁਸ਼, ਤੇ ਜੇ ਕਿਸੇ ਨੂੰ ਕੋਈ ਡਿਫੈਕਟ ਆ ਗਿਆ ਜਾਂ ਨਹੀਂ ਪਸੰਦ ਆਇਆ, ਕਈ ਵਾਰੀ ਇਦਾਂ ਹੁੰਦਾ ਨਾ ਜੀ, ਆਪਾਂ ਗਿਫਟ ਕਰਦੇ ਕਿਸੇ ਨੂੰ ਕੁਛ, ਜਿੱਦਾਂ ਮੰਨ ਲਓ ਤੁਸੀਂ ਆਪਣੀ ਸਹੇਲੀ ਲਈ ਕੋਈ ਗਿਫਟ ਲਿਆ, ਹੁਣ ਤੁਸੀਂ ਆਪਣੇ ਵੱਲੋਂ ਰੰਗ ਲੈ ਕੇ ਗਏ ਲਾਲ ਸੂਆ ਵੀ ਚਲੋ ਅਗਲੇ ਨੂੰ ਪਸੰਦ ਆਊਗਾ, ਉਹ 3 ਸੂਟ ਉਹਦੇ ਕੋਲ ਪਹਿਲਾਂ ਹੀ ਹੁੰਦੇ ਆ, ਤੇ ਉਹ ਫਿਰ ਅਗਲੀ ਕਹਿੰਦੀ ਕਿ ਤੁਸੀਂ ਜਾਂ ਤਾਂ ਮੈਨੂੰ ਚੇਂਜ ਕਰਵਾ ਦਿਓ ਤੇ ਜਾਂ ਤੁਸੀਂ ਰੱਖ ਲਓ, ਹਨਾ। ਹਾਂਜੀ, ਤੇ ਹਾਂਜੀ। ਉਹਦੇ ਵਿੱਚ ਫਿਰ ਜੇ ਤੁਸੀਂ ਚੇਂਜ ਕਰਾਉਣ ਜਾਂਦੇ ਆ ਤੇ ਉਹ ਫਿਰ ਤੁਹਾਨੂੰ ਲੱਗਦਾ ਆ ਕਿ ਹਾਂਜੀ, ਉਹਨਾਂ ਦਾ ਹਾਂਜੀ। ਰਵੱਈਆ ਜਿਹੜਾ ਉਹ ਚੇਂਜ ਹੋ ਗਿਆ। ਬਿਲਕੁਲ ਨਹੀਂ, ਇੱਥੇ ਵੀ ਉਹੀ ਚੀਜ਼, ਮੈਂ ਉਹੀ ਗੱਲ ਕਹਿ ਰਹੀ ਸੀਗੀ, ਮੈਂ ਆਪਣੀ ਗੱਲ ਨੂੰ ਜਾਰੀ ਰੱਖਣਾ ਚਾਹੁੰਦੀ ਹਾਂ ਉਸ ਚੀਜ਼ ਜੀ, ਤੋਂ ਜੀ, ਕਿ ਜੀ। ਪੰਜਾਬ ਦੇ ਵਿੱਚ ਵੀ ਇਹੀ ਚੀਜ਼ ਆ, ਜੀ। ਠੀਕ ਹੈ, ਇੰਡੀਆ ਦੇ ਵਿੱਚ ਵੀ ਇਹੀ ਹੁੰਦਾ ਸੀਗਾ, ਤੇ ਇੱਥੇ ਵੀ ਸੇਮ ਉਹੀ ਚੀਜ਼ ਆ ਵੀ ਜੇ ਤੁਸੀਂ ਮੰਨ ਲਓ ਤੁਸੀਂ ਇੰਨਾ ਮਹਿੰਗਾ ਸੂਟ ਲਿਆ, ਜੀ। ਮੰਨ ਲਓ ਤੁਸੀਂ ਘਰ ਲੈ ਕੇ ਗਏ ਹੋ, ਜੀ। ਠੀਕ ਹੈ, ਤੇ ਤੁਸੀਂ ਆਪਣੇ ਜਾ ਕੇ ਤੁਸੀਂ ਆਪਣੇ ਹਸਬੈਂਡ ਨੂੰ ਦਿਖਾਣੇ ਹੋ, ਜੀ। ਠੀਕ ਹੈ, ਮੇਨਲੀ ਆਪਾਂ ਕਰਦੇ ਹੀ ਆ, ਜੀ, ਹਨਾ, ਜੀ, ਸਾਰਿਆਂ ਨੂੰ ਜੀ, ਪਤਾ ਆ ਬਿਲਕੁਲ। ਵੀ ਆਪਾਂ ਪੁੱਛਦੇ ਆ, ਅਗਲੀ ਦੀ ਰਾਏ ਪੁੱਛਦੇ ਆ ਵੀ ਜੀ, ਹਾਂ ਜੀ। ਵੀ ਤੁਹਾਨੂੰ ਇਹ ਚੀਜ਼ ਪਸੰਦ ਆਈ ਹੈ, ਜੀ, ਤੁਹਾਨੂੰ ਇਹ ਜੀ, ਕਲਰ ਜੀ, ਪਸੰਦ ਜੀ, ਆਇਆ। ਜੀ। ਪਰ ਜੇ ਹੁਣ ਤੁਹਾਨੂੰ ਹਸਬੈਂਡ ਕਹਿ ਦੇ ਵੀ ਮੈਨੂੰ ਇਹ ਕਲਰ ਤੇਰੇ ਤੇ ਨਹੀਂ ਪਸੰਦ ਆਇਆ, ਹਨਾ, ਜੀ। ਵੀ ਮੈਨੂੰ ਚਾਹੀਦਾ ਕਿ ਤੂੰ ਕੁਛ ਮਤਲਬ ਡਾਰਕ ਕਲਰ ਪਾਵੇਂ ਜਾਂ ਜੀ, ਕੁਛ ਜੀ, ਵੀ ਆ, ਉਹਨੂੰ ਨਹੀਂ ਜੀ। ਚੰਗਾ ਲੱਗਾ, ਜੇ ਡਾਰਕ ਹੈ ਤਾਂ ਤੁਸੀਂ ਲਾਈਟ ਲਓ ਜਾਂ ਲਾਈਟ ਕੁਝ ਵੀ ਉਹਦੇ ਵਿੱਚ ਕਾਰਨ ਹਰ ਹੋ ਸਕਦਾ। ਕਿਸੇ ਦੀ, ਹਨਾ, ਉਹ। ਜੀ, ਜੀ। ਤੇ ਜਦੋਂ ਫਿਰ ਆਪਾਂ ਅਗਲੇ ਨੂੰ ਵਾਪਸ ਕਰਨ ਲਈ ਕਹਿੰਦੇ ਆ, ਫਿਰ ਅਗਲਾ ਬੰਦਾ ਉਸ ਵੇ ਦੇ ਨਾਲ ਗੱਲ ਨਹੀਂ ਕਰਦਾ ਜਿਸ ਵੇ ਨੇ ਉਹਨੇ ਸਾਡੇ ਨਾਲ ਉਦੋਂ ਗੱਲ ਕੀਤੀ ਜਦੋਂ ਆਪਾਂ ਚੀਜ਼ ਖਰੀਦਣ ਗਏ ਜੀ ਸੀ। ਬਿਲਕੁਲ ਬਿਲਕੁਲ ਠੀਕ ਹੈ ਜੀ। ਸੋ ਇਸ ਕਰਕੇ ਮੈਂ ਇਹ ਚੀਜ਼ ਕਹਿਣਾ ਚਾਹੁੰਦੀ ਹਾਂ ਨਾ ਵੀ ਤੁਸੀਂ ਜੇ ਆਪਣਾ ਤੁਸੀਂ ਕਾਰੋਬਾਰ ਸ਼ੁਰੂ ਕਰਦੇ ਹੋ, ਜੀ, ਜੇ ਜੇ ਤੁਸੀਂ ਉਹਨੂੰ ਪੂਰੇ stable ਦਿਲ ਨਾਲ ਰੱਖਣਾ ਕਰੋ, ਤਾਂ, ਜੀ, ਬਿਲਕੁਲ। ਜੇ ਤੁਸੀਂ ਆਪਣੇ ਕਸਟਮਰ ਨੂੰ ਟਿਕਾਈ ਰੱਖਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਵੀ ਸਾਡੇ ਕਸਟਮਰ ਸਾਡੇ ਨਾਲ ਕਨੈਕਟਡ ਰਹਿਣ ਆਲਵੇਜ਼, ਠੀਕ ਹੈ, ਜੀ। ਤੇ ਇਹ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਤੁਸੀਂ ਆਲਵੇਜ਼ ਆਪਣਾ ਜਿਹੜਾ ਬਿਹੇਵੀਅਰ ਹੈ ਜਾਂ ਤੁਹਾਡਾ ਰਵੱਈਆ ਤੁਹਾਡਾ ਇੱਕੋ ਜਿਹਾ ਰਵੇ ਥਰੂ ਆਊਟ, ਮਤਲਬ ਜਿੰਨੀ ਦੇਰ ਤੁਸੀਂ ਉਸ ਨਾਲ ਡੀਲ ਕਰ ਰਹੇ ਹੋ। ਇਹ ਨਹੀਂ ਕਿ ਉਹ ਵਾਪਸ ਆ ਗਿਆ ਸਮਾਨ ਦੇਣ ਐਕਸਚੇਂਜ ਕਰਨ ਤੇ ਤੁਸੀਂ ਉਹਦੇ ਨਾਲ ਕਿਸੇ ਹੋਰ ਤਰੀਕੇ ਨਾਲ ਗੱਲ ਕਰੋ। ਸੋ ਗੁਰਪ੍ਰੀਤ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਇੱਥੇ ਹਾਂਜੀ। ਕਾਫੀ ਸਕਿੱਲਸ ਦੀ ਲੋੜ ਪੈਂਦੀ ਆ, ਕਿ ਜਿੱਦਾਂ ਮੁੰਡਿਆਂ ਦੀ ਗੱਲ ਕਰਦੇ ਸੀ ਕਿ ਮੁੰਡਿਆਂ ਦੇ ਵਰਕ ਸਕਿੱਲਸ ਹੁੰਦੇ ਆ, ਕੁੜੀਆਂ ਦੇ ਵਰਕ ਹਾਂਜੀ। ਸਕਿੱਲਸ ਹੁੰਦੇ ਆ। ਸੋ ਤੁਸੀਂ ਦੱਸਿਆ ਕਿ ਕੁੜੀਆਂ ਨੂੰ ਵੀ ਹੱਥੀਂ ਕੰਮ ਕਰਕੇ ਸਿੱਖ ਕੇ ਆਉਣਾ ਚਾਹੀਦਾ ਆ। ਹਾਂਜੀ। ਸੋ ਉਹਨਾਂ ਦੇ ਵਿੱਚ ਕਿਹੜੇ ਕੰਮ ਸ਼ਾਮਲ ਹੈ ਜੀ, ਵੀ ਕੀ ਉਹ ਸਿੱਖ ਕੇ ਆਉਂਦੇ, ਕਿ ਉਸ ਚੀਜ਼ ਦਾ ਕੀ ਫਾਇਦਾ? ਮੰਨ ਲਓ ਕੋਈ ਸਟੂਡੈਂਟ ਆ, ਉਹ ਹੁਣ ਫੁੱਲ ਟਾਈਮ ਜੌਬ ਨਹੀਂ ਕਰ ਰਿਹਾ ਉਸ ਚੀਜ਼ ਦੇ ਵਿੱਚ, ਜਾਂ ਉਹ ਹਾਂਜੀ। ਪੜ੍ਹਾਈ ਦੇ ਵਿੱਚ ਬਿਜ਼ੀ ਆ, ਸੋ ਉਸ ਹਿਸਾਬ ਨਾਲ ਤੁਸੀਂ ਕਿੱਦਾਂ ਸਕਿੱਲਸ ਉਹਨਾਂ ਦੇ ਦੇਖਦੇ ਆ? ਹਾਂਜੀ, ਜਿੱਦਾਂ ਕੁੜੀਆਂ ਦਾ ਤਾਂ ਮੈਂ ਪਹਿਲੇ ਦੱਸ ਚੁੱਕੀ ਹਾਂ ਵੀ ਜੇ ਤੁਹਾਨੂੰ ਤੁਸੀਂ ਸਟਿਚਿੰਗ ਕਰ ਲੈਂਦੇ ਹੋ, ਅਲਟਰੇਸ਼ਨ ਕਰ ਲੈਂਦੇ ਹੋ, ਠੀਕ ਹੈ, ਤੁਸੀਂ ਮਹਿੰਦੀ ਮਤਲਬ ਜਿਹੜਾ ਆਪਾਂ ਹੀਨਾ ਟੈਟੂ ਕਹਿੰਦੇ ਆ, ਜੀ, ਹੈ ਨਾ, ਜੀ, ਜੀ। ਮਹਿੰਦੀ ਜਿਹੜੀ ਮਤਲਬ ਬਹੁਤ ਆਪਾਂ ਜਿੱਦਾਂ ਕਰਵਾ ਚੌਥ ਹੋ ਗਿਆ ਜੀ। ਜਾਂ ਫਿਰ ਕਿਸੇ ਦਾ ਵਿਆਹ ਆ, ਹੈ ਨਾ, ਜੀ। ਆਪਾਂ ਨਾਰਮਲੀ ਦੀਵਾਲੀ ਦਾ ਲਗਾਉਂਦੇ ਤਿਉਹਾਰ ਆ, ਹੋ ਗਿਆ ਜੀ। ਦੀਵਾਲੀ ਦਾ, ਜੀ, ਕਿਸੇ ਜੀ। ਵੀ ਚੀਜ਼ ਤੇ ਮਤਲਬ ਆਪਣੀ ਜਿੱਦਾਂ ਵੀ ਤੁਸੀਂ ਲਾਉਂਦੇ ਹੋ, ਹੈ ਨਾ, ਜੀ। ਤੇ ਉਹ ਚੀਜ਼ ਦਾ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ ਜਦੋਂ ਕਰਵਾ ਚੌਥ ਹੁੰਦਾ ਆ। ਉਦੋਂ ਜੀ। ਜਿਹੜੇ ਆਪਣੇ ਇੱਥੇ ਇੰਡੀਅਨ ਗਰੋਸਰੀ ਸਟੋਰ ਦੇ ਓਨਰਸ ਹੈਗੇ ਆ, ਜੀ, ਜੀ। ਉਹ ਡੈਸਪੀਰੇਟਲੀ ਮਤਲਬ ਦੇਖਦੇ ਆ ਕਿ ਸਾਨੂੰ ਕੋਈ ਮਹਿੰਦੀ ਵਾਲੀ ਕੋਈ, ਹੈ ਨਾ, ਜੀ, ਕਿ ਮਹਿੰਦੀ ਲਾਉਣ ਨੂੰ ਕੋਈ ਕੁੜੀ ਮਿਲ ਲਾਉਣ ਜੇ, ਨੂੰ ਕੋਈ ਨਾ ਕੋਈ ਮਿਲ ਜੀ, ਜਾਵੇ, ਹੈ ਨਾ। ਜੀ, ਜੀ। ਤੇ ਉਸ ਵੇਲੇ ਉਹ ਮਤਲਬ ਜ਼ਿਆਦਾ ਤੋਂ ਜ਼ਿਆਦਾ ਮਤਲਬ ਜਿਹੜਾ ਆ ਪੇ ਕਰਦੇ ਉਹਨਾਂ ਨੂੰ, Pay ਕਰਦੇ ਆ, ਠੀਕ ਹੈ। ਜੀ, ਹਾਂਜੀ। ਇੱਕ ਤਾਂ ਉਹਨਾਂ ਨੂੰ ਮਤਲਬ ਜਿਹੜਾ ਅਕੋਰਡਿੰਗ ਟੂ ਕਸਟਮਰ ਪੇ ਕਰਦੇ ਆ, ਪਲੱਸ ਉਹਨਾਂ ਨੂੰ ਉੱਪਰੋਂ ਹੋਰ ਵੀ ਮਤਲਬ ਪੇ ਕਰਦੇ ਆ ਤਾਂ ਕਿ ਇਹ ਸੋਹਣੇ ਬੰਦਾ ਪੈਸੇ ਸਾਡੇ ਬਣ ਕੋਲ ਜਾਂਦੇ ਆ ਰਵੇ। ਜੇ ਇਹ ਸਕਿੱਲਸ ਹੋਣ। ਹਾਂਜੀ, ਜੇ ਜੀ, ਸਕਿੱਲਸ ਜੀ, ਹੋਣ। ਜੀ। ਹੋਰ ਵੀ ਕਈ ਚੀਜ਼ਾਂ ਆ, ਤੁਸੀਂ ਜੇ ਤੁਹਾਨੂੰ ਕੁਛ ਵੀ ਨਹੀਂ ਆਉਂਦਾ, ਤੁਸੀਂ ਮਤਲਬ ਇਹ ਮਤਲਬ ਹੁਣੇ ਜਿੱਦਾਂ ਮੈਂ ਗੱਲ ਕੀਤੀ ਸੀ ਬਿਊਟੀਸ਼ੀਅਨ ਦੀ, ਜੀ, ਬਿਲਕੁਲ। ਅਗਰ ਤੁਸੀਂ ਥਰੈਡਿੰਗ ਕਰ ਲੈਣਾ, ਨਾਰਮਲੀ ਕੁੜੀਆਂ ਨੇ ਇੰਡੀਆ ਦੇ ਵਿੱਚ ਸਿੱਖਿਆ ਹੁੰਦਾ ਜੀ, ਬਿਊਟੀਸ਼ੀਅਨ ਜੀ। ਦਾ ਕੰਮ, ਹੈ ਨਾ, ਜੀ। ਥਰੈਡਿੰਗ ਹੋ ਗਈ, ਫੇਸ਼ੀਅਲ ਹੋ ਗਿਆ, ਜੀ, ਉਹ ਜੀ। ਚੀਜ਼ਾਂ ਵੀ ਕੰਮ ਆਉਂਦੀਆਂ ਜੀ, ਨੇ। ਤੁਸੀਂ ਜੀ। ਘਰੇ ਆਪਣੇ ਰਹਿ ਕੇ ਇਹ ਚੀਜ਼ਾਂ ਕਰ ਸਕਦੇ ਹੋ। ਤੁਸੀਂ ਜੀ। ਬਾਹਰ ਵੀ ਜਿਹੜੇ ਇੰਡੀਅਨ ਸਲੂਨ ਹੈਗੇ ਆ, ਤੁਸੀਂ ਉਹਨਾਂ ਤੇ ਕੰਮ ਲੈ ਸਕਦੇ ਹੋ ਅਗਰ ਤੁਹਾਨੂੰ ਜੀ। ਇਹ ਚੀਜ਼ਾਂ, ਇਹ ਸਕਿੱਲਸ ਤੁਹਾਡੇ ਕੋਲ ਹੈਗੇ ਆ। ਜੀ, ਜੀ। ਤੇ ਇੱਕ ਹੋਰ ਚੀਜ਼ ਮੈਂ ਕਹਿ ਸਕਦੀ ਹਾਂ ਵੀ ਜੇ ਤੁਸੀਂ ਕੁਕਿੰਗ ਵਧੀਆ ਕਰ ਲੈਂਦੇ
ਲੈਂਦੇ ਹੋ ਜੀ ਇੱਥੇ ਟਿਫਨ ਸਰਵਿਸ ਬਿਲਕੁਲ, ਬਹੁਤ ਬਿਲਕੁਲ। ਚੱਲਦੀ ਆ ਜੀ, ਜੀ, ਠੀਕ ਹੈ ਜੀ, ਸਭ tiffin service, ਹਾਂਜੀ ਜੀ। ਇੱਥੇ ਜਿਹੜੇ ਲੋਕ ਰਹਿੰਦੇ ਨੇ ਜੀ 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 ਉਹਨਾਂ ਨੂੰ ਪਤਾ ਵੀ ਟਿਫਨ ਸਰਵਿਸ ਦਾ ਵੀ ਬਹੁਤ ਇੱਥੇ ਚੱਲਦਾ ਹੈ ਕਿ ਜੀ, ਕੁਕਿੰਗ ਜੀ। ਵਧੀਆ ਕਰ ਲੈਂਦੇ ਹੋ ਤੇ ਤੁਸੀਂ ਹੁਣ ਜਿਹੜੇ ਲੋਕ ਫੁੱਲ ਟਾਈਮ ਜੌਬਸ ਕਰਦੇ ਨੇ ਜੀ ਹੁਣ ਜੀ ਇਵਨ ਸਟੂਡੈਂਟਸ ਵੀ ਜਿਹੜੇ ਆਉਂਦੇ ਆ ਜੀ ਉਹ ਨਹੀਂ ਸਪੈਸ਼ਲੀ ਸਮਾਂ ਮੁੰਡੇ ਹਾਂਜੀ ਹਾਂਜੀ ਪੜਨ ਵੀ ਜਾਣਾ ਤੇ ਉਹਨਾਂ ਨੇ ਹਾਂ ਕੰਮ ਵੀ ਮੁੰਡੇ ਕਰਨਾ ਜਿਹੜੇ ਆ ਕਿ ਜਿਹਨਾਂ ਕੋਲ ਨਹੀਂ ਟਾਈਮ ਹੈਗਾ ਆਪਣਾ ਜੀ, ਬਣਾਉਣ ਜੀ, ਦਾ ਜੀ। ਕੁਕਿੰਗ ਕਰਨ ਦਾ ਤੇ ਤੁਸੀਂ ਕੀ ਆ ਇਹ ਵੀ ਇੱਕ ਬਿਜ਼ਨਸ ਆ ਕਿ ਤੁਸੀਂ ਟਿਫਨ ਸਰਵਿਸ ਦੇ ਵਿੱਚ ਤੁਸੀਂ ਆਪਣੀਆਂ ਕੋਈ ਵੀ ਮਤਲਬ ਚਪਾਤੀ ਹੋ ਗਈ ਜਾਂ ਜੀ। ਰਾਈਸ ਹੋ ਗਏ ਜਾਂ ਜੀ। ਸਬਜ਼ੀ ਹੋ ਗਈ ਹੈ ਨਾ ਜੀ। ਉਹ ਫਿਰ ਇੱਕ ਮੈਨਿਊ ਬਣਿਆ ਹੁੰਦਾ ਉਸ ਅਕੋਰਡਿੰਗ ਤੁਸੀਂ ਉਹ ਟਿਫਨ ਸਰਵਿਸ ਵੀ ਕਰ ਸਕਦੇ ਹੋ ਮਤਲਬ ਜੀ। ਠੀਕ ਹੈ ਮਤਲਬ ਬਹੁਤ ਈਵਨ ਕਿ ਕੁੜੀਆਂ ਦੇ ਲਈ ਮੁੰਡਿਆਂ ਦੇ ਲਈ ਵੀ ਬਹੁਤ ਸਾਰੇ ਇੱਦਾਂ ਦੇ ਕਿੱਤੇ ਹੈਗੇ ਆ ਜੀ ਜੇ ਉਹਨਾਂ ਕੋਲ ਸਕਿੱਲਸ ਉਹਨਾਂ ਦੇ ਹੱਥ 'ਚ ਹੈਗੇ ਆ ਤੇ ਉਹ ਵੀ ਬਹੁਤ ਕੁਝ ਕਰ ਸਕਦੇ ਜੀ। ਆ ਇੱਥੇ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਕਿਸੇ ਦੇ ਅੰਡਰ ਹੀ ਕੰਮ ਕਰਨਾ ਆ ਜਾ ਕੇ ਜੀ ਜਿਵੇਂ ਕਿ ਪਲੰਬਿੰਗ ਦਾ ਕੰਮ ਹੋ ਗਿਆ ਜਾਂ ਜੀ। ਤੁਸੀਂ ਕਾਰਪੈਂਟਰ ਦਾ ਕੰਮ ਹੋ ਗਿਆ ਤੁਹਾਨੂੰ ਛੋਟੇ-ਮੋਟੇ ਸਰਟੀਫਿਕੇਟ ਲੈਣੇ ਪੈਂਦੇ ਆ ਇੱਥੇ ਆ ਜੀ, ਕੇ ਜੋ ਜੀ। ਤੁਸੀਂ ਆਲਰੇਡੀ ਸਿੱਖਿਆ ਹੋਇਆ ਜੀ ਉਹ ਤੁਸੀਂ ਸਰਟੀਫਿਕੇਟ ਲੈ ਕੇ ਠੀਕ ਹੈ ਹਾਂਜੀ। ਤੁਸੀਂ ਇਹ ਆਪਣਾ ਕੰਮ ਕਰ ਸਕਦੇ ਹੋ ਤੇ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਪੈਸੇ ਆ ਇੰਡੀਆ ਵਾਂਗੂ ਨਹੀਂ ਹੈਗਾ ਕਿ ਤੁਹਾਨੂੰ ਕਿਸੇ ਨੇ ਬੁਲਾਇਆ ਤਾਂ ਤੁਹਾਨੂੰ ਜੀ ਠੀਕ ਆ 50-100 ਰੁਪਏ ਦੇ ਕੇ ਤੋੜ ਜੀ ਦਿੱਤਾ ਜੀ ਜੀ ਬਿਲਕੁਲ ਇਹਨਾਂ ਪੂਰੀ ਚੀਜ਼ਾਂ ਮਿਹਨਤ ਦਾ ਨੂੰ- ਮੁੱਲ ਪੈਂਦਾ ਜੀ ਇੱਥੇ ਬਿਲਕੁਲ ਬਿਲਕੁਲ ਜੀ। ਹੁਣ ਇੱਥੇ ਜਿਹੜੀ ਜ਼ਿਆਦਾ ਮਿਹਨਤ ਵਾਲੇ ਕੰਮ ਹੈਗੇ ਉਹਨਾਂ ਦੇ ਵਿੱਚ ਜ਼ਿਆਦਾ ਪੈਸੇ ਆ ਠੀਕ ਹੈ ਜੀ। ਜਿਹਨੂੰ ਆਪਾਂ ਕਹਿ ਦਿੰਦੇ ਆ ਵਾਈਟ ਕਾਲਰ ਵਾਲੀਆਂ ਜੌਬਸ ਦੇ ਵਿੱਚ ਇੰਨੇ ਜੀ। ਪੈਸੇ ਨਹੀਂ ਹੈਗੇ ਜੀ, ਜੀ। ਜਿੰਨੇ ਪੈਸੇ ਇਹਨਾਂ ਜੌਬਾਂ ਦੇ ਵਿੱਚ ਨੇ ਪਲੰਬਿੰਗ ਦਾ ਕਾਰਪੈਂਟਰ ਦਾ ਇਲੈਕਟ੍ਰੀਸ਼ੀਅਨ ਦਾ ਜੀ ਜੀ ਸੋ ਜਿਨ੍ਹਾਂ ਲੋਕਾਂ ਨੂੰ ਜਿਨ੍ਹਾਂ ਮੁੰਡਿਆਂ ਦੇ ਕੋਲ ਜਾਂ ਜਿਨ੍ਹਾਂ ਲੋਕਾਂ ਦੇ ਕੋਲ ਇਹ ਸਕਿੱਲਸ ਹੈਗੇ ਆ ਜੀ ਉਹਨਾਂ ਨੂੰ ਇਹ ਬਹੁਤ ਹੀ ਫਾਇਦੇਮੰਦ ਹੋਣਗੇ ਕੱਲ੍ਹ ਨੂੰ ਜੀ, ਤੇ ਮੈਂ ਜੀ। ਮੈਂ ਇਹੀ ਦੱਸਣਾ ਚਾਹੁੰਦੀ ਹਾਂ ਵੀ ਤੁਸੀਂ ਇਹ ਚੀਜ਼ਾਂ ਜੇ ਸਿੱਖ ਕੇ ਆ ਸਕਦੇ ਹੋ ਤਾਂ ਬਹੁਤ ਹੀ ਵਧੀਆ ਗੱਲ ਹੈ ਜੀ, ਤੁਹਾਨੂੰ ਬਿਲਕੁਲ। ਇੰਨੀ ਜ਼ਿਆਦਾ ਕਠਿਨਾਈ ਨਹੀਂ ਹੋਊਗੀ ਜੀ। ਇੱਥੇ ਆ ਕੇ ਕੰਮ ਲੱਭਣ 'ਚ ਜੇ ਤੁਹਾਡੇ ਕੋਲ ਇਹ ਸਕਿੱਲ ਤੁਹਾਡੇ ਹੱਥ ਵਿੱਚ ਹੈਗੇ ਨੇ ਜੀ ਸੋ ਇਹ ਬਹੁਤ ਹੀ ਜ਼ਰੂਰੀ ਗੱਲਾਂ ਹੈ ਜਿਨ੍ਹਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਬਿਲਕੁਲ ਜਿੱਦਾਂ ਗੁਰਪ੍ਰੀਤ ਜੀ ਨੇ ਦੱਸਿਆ ਜੀ ਕਿ ਸਾਨੂੰ ਮੋਸਟ ਆਫ ਇਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੋਈ ਵੀ ਤੁਸੀਂ ਕੰਮ ਕਰਨਾ ਆ ਇੱਥੇ ਆ ਕੇ ਪਹਿਲੀ ਕੋਸ਼ਿਸ਼ ਤੁਹਾਡੀ ਇਹ ਹੋਵੇ ਕਿ ਕੰਮ ਹੱਥੀਂ ਕਰਨ ਵਾਲਾ ਹੋਵੇ ਜਿਹੜਾ ਤੁਸੀਂ ਆਪ ਦੇ ਸਿਰ ਖੁਦ ਕੰਮ ਕਰ ਸਕਦੇ ਆ ਕਿਸੇ ਦੇ ਅੰਡਰ ਨਾ ਕਰਨਾ ਪਵੇ ਮੰਨ ਲਓ ਕਿ ਜੇ ਤੁਸੀਂ ਪਲੰਬਿੰਗ ਦਾ ਕੰਮ ਸਿੱਖਦੇ ਆ ਜਾਂ ਤੁਸੀਂ ਇਲੈਕਟ੍ਰੀਸ਼ੀਅਨ ਦਾ ਸਿੱਖਦੇ ਆ ਉਹ ਈਵਨ ਤੁਸੀਂ ਕਿਸੇ ਨਾ ਕਿਸੇ ਦਿਨ ਆਪ ਦਾ ਕੰਮ ਸ਼ੁਰੂ ਕਰ ਸਕਦੇ ਆ ਉਹਦੇ ਕਾਫੀ ਸਕੋਪਸ ਹੈਗੇ ਆ ਤੇ ਹਾਂਜੀ। ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਕੁੜੀਆਂ ਵਾਲੇ ਕੰਮ ਜਿੱਦਾਂ ਬਿਊਟੀਸ਼ੀਅਨ ਦਾ ਹੋ ਗਿਆ ਮਹਿੰਦੀ ਲਾਉਣੀ ਹੋ ਗਈ ਉਹ ਵੀ ਕਾਫੀ ਚੀਜ਼ਾਂ ਹਾਂਜੀ। ਕਾਫੀ ਫਾਇਦਾ ਹੁੰਦਾ ਹੈ ਜੇ ਤੁਸੀਂ ਇਹ ਚੀਜ਼ਾਂ ਸਿੱਖ ਕੇ ਆਉਂਦੇ ਆ ਸੋ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ ਤੁਸੀਂ ਆਪਣੇ ਹਾਂਜੀ। ਕੀਮਤੀ ਸਮੇਂ 'ਚੋਂ ਸਾਨੂੰ ਸਮਾਂ ਦਿੱਤਾ ਸੋ ਇਹ ਗੱਲਾਂ ਕੀਤੀਆਂ ਜ਼ਰੂਰ ਸਰੋਤਿਆਂ ਨੂੰ ਗੱਲਾਂ ਬਹੁਤ ਪਸੰਦ ਆਈਆਂ ਹੋਣਗੀਆਂ ਜੀ ਸੋ ਤੁਸੀਂ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਨੂੰ ਦਿਓ ਕਿ ਸਾਡਾ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸੋ ਅਗਲੇ ਵੀਕ ਇੱਕ ਨਵੇਂ ਟੌਪਿਕ ਨਾਲ ਮਿਲਾਂਗੇ ਜੀ ਮੈਂ ਆਰਜੀ ਜੱਸੀ ਮੇਰੇ ਨਾਲ ਸੀ ਗੁਰਪ੍ਰੀਤ ਕੌਰ ਸੁਣਦੇ ਰਹੋ ਸਾਡਾ ਰੇਡੀਓ ਚੈਨਲ 24 ਘੰਟੇ ਲਗਾਤਾਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਥੈਂਕ ਯੂ